ਜਿਹੜਾ ਆਪਾਂ ਬੇਸਮੈਂਟ 'ਚ ਉਤਰਦੇ ਆ ਉਹ ਬੇਸਿਕਲੀ ਇਹ ਨਹੀਂ ਸੀ ਕਿ ਉੱਥੇ ਸ਼ਹੀਦੀ ਬੇਸਮੈਂਟ 'ਚ ਹੋਈ ਸੀ। ਅਸਲ 'ਚ ਉਹ ਗਰਾਊਂਡ ਲੈਵਲ ਹੈ, ਪਰ ਸਿੱਖਾਂ ਨੇ ਇਹ ਖੂਨੀ ਸਰਹੰਦ ਦੇ ਕਿੰਗਰੇ ਇੰਨੇ ਮਿੱਟੀ 'ਚ ਮਿਲਾਏ। ਜਿਹੜਾ ਇਹ ਟਿੱਬਾ ਆ ਸਾਰਾ ਆਪਾਂ ਚੜ੍ਹਾਈ ਚੜ੍ਹ ਕੇ ਜਾਂ ਫਿਰ ਥੱਲੇ ਉਤਰਨਾ ਪੈਂਦਾ। ਜਿਹੜਾ ਆਲਾ ਦੁਆਲਾ ਉੱਚਾ ਆ ਉਹ ਸਾਰਾ ਅਜੇ ਵੀ ਥੱਲੇ ਢੱਠੀਆਂ ਹੋਈਆਂ ਬਿਲਡਿੰਗਾਂ ਬਿਲਕੁਲ ਇਹਨੇ ਬਿਨ ਮੌਜੂਦ ਨੇ। ਲੋਕਾਂ ਨੂੰ ਬਹੁਤਾ ਗਿਆਨ ਨਹੀਂ ਸੀ। ਮੇਲੇ ਦਾ ਰੂਪ ਧਾਰ ਗਿਆ ਇਹ ਸਥਾਨ। ਕਦੀ ਸਾਡੇ ਪੁਰਖੇ ਧਰਤੀ ਤੇ ਸੌਂ ਕੇ ਇੱਕ ਅਹਿਸਾਸ ਕਰਦੇ ਸੀ ਕਿ ਉਹ ਘੜੀਆਂ ਕਿੱਦਾਂ ਦੀਆਂ ਸਨ। ਜਦੋਂ ਪੁਰਾਣਾ ਸਮਾਂ ਸੀ ਲੋਕਾਂ ਦੇ ਘਰ ਕੱਚੇ ਸੀ, ਪਰ ਲੋਕਾਂ ਦਾ ਧਰਮ ਬੜਾ ਪੱਕਾ ਸੀ, ਲੋਕਾਂ ਦਾ ਵਿਸ਼ਵਾਸ ਬੜਾ ਪੱਕਾ ਸੀ। ਅੱਜ ਅਸੀਂ ਪੱਕੇ ਮਕਾਨਾਂ 'ਚ ਆ ਗਏ, ਮਹਿਲ ਮਨਾਰੇ ਬਣ ਗਏ ਜੀ, ਚੀਜ਼ਾਂ ਪੱਕੀਆਂ ਹੋ ਗਈਆਂ, ਪਰ ਈਮਾਨ ਲੋਕਾਂ ਦਾ ਧਰਮ ਕੱਚਾ ਹੋ ਗਿਆ। ਇਹ ਕਾਰਨ ਕੀ ਸਮਝਦੇ? ਲੋਕੀ ਤੇ ਇਹ ਕਹਿੰਦੇ ਸੀ ਨਾ ਵੀ ਨਾਮ ਜਪਣ ਲਈ ਜੰਗਲਾਂ 'ਚ ਜਾਣ ਦੀ ਲੋੜ ਹੈ, ਗੁਫਾਵਾਂ 'ਚ ਜਾਣ ਦੀ ਲੋੜ ਹੈ। ਗੁਰੂ ਸਾਹਿਬ ਨੇ ਕਿਹਾ ਵੀ ਤੁਹਾਡੇ ਸੋਹਣੇ ਬਿਸਤਰੇ ਜਿਹੜੇ ਨੇ ਉਹ ਵੀ ਤੁਹਾਡੇ ਯਾਦ ਦਾ, ਸਿਮਰਤੀ ਦਾ ਸਾਧਨ ਬਣ ਸਕਦੇ ਆ। ਜੇ ਪ੍ਰਸਾਦ ਸੁਖ ਸੇ ਸੁਈਜੈ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਵੀ ਜਦੋਂ ਤੁਸੀਂ ਉਹ ਸੁੱਖਾਂ ਨੂੰ ਭੋਗੋ। ਅਸੀਂ ਵੀ ਬਿਸਤਰ 'ਤੇ ਸੌਂਈਏ, ਸਾਨੂੰ ਠੰਡਾ ਬੁਰਜ ਯਾਦ ਆਏ, ਸਾਨੂੰ ਮਾਛੀਵਾੜਾ ਯਾਦ ਆਏ, ਸਾਨੂੰ ਚਮਕੌਰ ਦੀ ਗੜੀ ਯਾਦ ਆਏ। ਤੋ ਫਿਰ ਇਹ ਜਿਹੜੀ ਕਹਾਵਤ ਹੈ ਕਿ ਘਰ ਪੱਕੇ ਤੇ ਸਿੱਖ ਕੱਚੇ, ਫਿਰ ਉਹ ਬਦਲ ਜਾਏਗੀ। ਬਸ ਗੱਲ ਤੇ ਅਹਿਸਾਸ ਦੀ ਹੈ। ਹੁਣ ਬਹੁਤ ਸਾਰਾ ਪ੍ਰਚਾਰ ਹੋਣਾ ਵੀ ਸ਼ੁਰੂ ਹੋਇਆ ਸਮੇਂ ਦੇ ਨਾਲ ਨਾਲ ਕਿ ਸ਼ਹੀਦੀ ਜੋੜ ਮੇਲ ਨੂੰ ਮੇਲਾ ਨਾ ਕਿਹਾ ਜਾਵੇ। ਇਹ ਸਭਾਵਾਂ ਅਜਿਹੀਆਂ ਜਿਨ੍ਹਾਂ ਦੇ ਵਿੱਚ ਵਿਚਾਰ ਕਰਨਾ ਚਾਹੀਦਾ ਕਿ ਸਾਡੇ ਸ਼ਹਾਦਤਾਂ ਕਿਉਂ ਹੋਈਆਂ, ਤਾਂ ਇਹਦੇ ਵਿੱਚ ਝੂਲੇ ਬੰਦ ਹੋਣੇ ਚਾਹੀਦੇ। ਅਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜੋ ਫੈਸ਼ਨ ਪ੍ਰਸਤੀ ਜਾਂ ਉਹ ਸਾਰਾ ਬਹੁਤ ਕੁਝ ਬੰਦ ਹੋਣਾ ਚਾਹੀਦਾ। ਪਰ ਕੁਝ ਲੋਕ, ਮੈਂ ਚਮਕੌਰ ਸਾਹਿਬ ਦੀ ਸਭਾ ਦੇ ਵਿੱਚ ਚਰਚਾ ਕਿਸੇ ਨਾਲ ਕਰ ਰਿਹਾ ਸੀ ਤਾਂ ਉਹ ਕਹਿੰਦੇ ਕਿ ਤਾਂ ਸ਼ਹਾਦਤ ਦਿੱਤੀ ਹੈ ਜੀ, ਇਹ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਜੇ ਇਹ 'ਚ ਮੇਲੇ ਲੱਗ ਗਏ, ਝੂਲੇ ਲੱਗ ਗਏ ਤਾਂ ਕੀ ਫਰਕ ਪੈਂਦਾ? ਕਹਿੰਦੇ ਇਹਦੇ ਵਿੱਚ ਕੋਈ ਹਰਜ ਨਹੀਂ ਹੈ ਜੀ। ਕੁਝ ਲੋਕਾਂ ਦੇ ਅਜਿਹੇ ਵੀ ਵਿਚਾਰ ਹੈ। ਮੇਲੇ ਤੋਂ ਮੇਲ ਤੇ ਆਏ, ਮੇਲ ਤੋਂ ਹੋਰ ਸ਼ਬਦ ਲੱਭ ਲਵਾਂਗੇ, ਪਰ ਜੇ ਸਾਡੀ ਨੀਅਤ ਨਾ ਬਦਲੀ ਤੇ ਸ਼ਬਦ ਇਕੱਲੇ ਸੋਹਣੇ ਸੋਹਣੇ ਬਦਲ ਕੇ ਕੀ ਕਰਾਂਗੇ ਅਸੀਂ? ਇੱਥੇ ਦੋ ਤਾਕਤਾਂ ਸੀ, ਇੱਕ ਸੱਚ ਦੀ, ਇੱਕ ਪਾਪ ਦੀ, ਇੱਕ ਧਰਮ ਦੀ, ਇੱਕ ਜ਼ੁਲਮ ਦੀ। ਤੇ ਧਰਮ ਦੀ ਤਾਕਤ, ਸੱਚ ਦੀ ਤਾਕਤ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਸਾਹਿਬਜ਼ਾਦੇ, ਤੇ ਦੂਜੇ ਪਾਸੇ ਜਿਹੜੀ ਆ ਉਹ ਵਕਤ ਦੀ ਹਾਕਮ ਹੈ। ਹਾਕਮ ਕਹਿੰਦਾ ਕਿ ਮੈਂ ਸਿੱਖੀ ਰਹਿਣ ਨਹੀਂ ਦੇਣੀ, ਸਿੱਖੀ ਸਰੂਪ ਨਹੀਂ ਰਹਿਣ ਦੇਣਾ, ਸਿੱਖੀ ਅਸੂਲ ਨਹੀਂ ਰਹਿਣ ਦੇਣੇ। ਗੁਰੂ ਦੇ ਲਾਲ ਕਹਿੰਦੇ ਆ ਕਿ ਸਾਡੀ ਜ਼ਿੰਦਗੀ ਰਹੇ ਨਾ ਰਹੇ, ਅਸੀਂ ਸਿੱਖੀ ਅਸੂਲ ਨਹੀਂ ਟੁੱਟਣ ਦੇਣੇ। ਤੇ ਮੈਂ ਅਕਸਰ ਯੂਥ ਨੂੰ ਗਲਵੱਕੜੀ 'ਚ ਲੈ ਕੇ ਪਿਆਰ ਦੇ ਨਾਲ ਕਾਉਂਸਲਿੰਗ ਦੇ ਰਾਹੀਂ ਇਹੀ ਪੁੱਛਦਾ ਹੁੰਦਾ ਵੀ ਆਪਾਂ ਕਿਹਨੂੰ ਰਿਪਰੈਜ਼ੈਂਟ ਕਰਨਾ ਹੈ, ਸਿੱਖੀ ਮਿਟਾਉਣ ਵਾਲੇ ਕਿ ਸਿੱਖੀ ਬਚਾਉਣ ਵਾਲੇ? ਦੇਖੋ, ਆਪਣੇ ਇੱਥੇ ਬੱਚੇ ਦੇ ਥੱਪੜ ਮਾਰਦੇ ਨਾ ਕੋਈ, ਤੇ ਅਸੀਂ ਸਾਰੀ ਜ਼ਿੰਦਗੀ ਦੀ ਲਕੀਰ ਖਿੱਚ ਕੇ ਕਹਿੰਦੇ ਆ ਵੀ ਮਿਲਣ ਵਰਤਨ ਖਤਮ, ਅਸੀਂ ਪਰਛਾਵਾਂ ਨਹੀਂ ਲੰਘਣਾ ਉਹਨਾਂ ਦਾ। ਗੁਰੂ ਸਾਹਿਬ ਜੀ ਦੇ ਪੁੱਤਰ ਸ਼ਹੀਦ ਹੋ ਰਹੇ ਆ ਤੇ ਗੁਰੂ ਸਾਹਿਬ ਚਿੱਠੀ ਲਿਖ ਰਹੇ ਆ ਤੇ ਰਸਤਾ ਖੋਲ ਰਹੇ ਕਿ ਆ ਬੈਠੀਏ ਟੇਬਲ ਦੇ ਉੱਤੇ, ਤੂੰ ਦੱਸ ਕਿੱਥੇ ਆਵਾਂ ਮੈਂ, ਤੂੰ ਮਾਲਵੇ 'ਚ ਆ ਜਾ। ਔਰੰਗਜ਼ੇਬ ਜਿਹਨੂੰ ਅਸੀਂ ਜ਼ਫਰਨਾਮਾ ਕਹਿੰਦੇ ਆ, ਕਮਾਲ ਦੀ ਗੱਲ ਹੈ ਜੀ। ਮਤਲਬ ਸੰਵਾਦ ਵਾਸਤੇ ਕਿੱਡਾ ਵੱਡਾ ਹਿਰਦਾ ਆ ਗੁਰੂ ਸਾਹਿਬ ਦਾ। ਸਾਡੇ ਕੋਲ ਮੁੱਕ ਹੀ ਗਿਆ ਜੀ ਇਹ ਸੋਚ, ਤੇ ਅਸੀਂ ਠਾਹ ਛੋਟਾ ਜਿਹੜਾ ਉਹ ਮਾਰ ਦੋ ਜਾਂ ਮਰ ਲਓ ਵਾਲੀ ਗੱਲ ਚੱਲ ਰਹੀ ਹੈ। ਜਦੋਂ ਗੁਰਦੁਆਰੇ ਨਹੀਂ ਆ ਰਿਹਾ ਉਹ ਸਾਡਾ ਕਸੂਰ ਹੈ। ਅਸੀਂ ਨੌਜਵਾਨਾਂ ਕੋਲ ਕਿਉਂ ਨਹੀਂ ਜਾ ਰਹੇ? ਜੇ ਬਾਬਾ ਚੋਰਾਂ ਕੋਲ ਜਾ ਸਕਦਾ ਤੇ ਅਸੀਂ ਨਸ਼ੇ ਦੇ ਠੇਕੇ ਤੱਕ ਨਹੀਂ ਜਾ ਸਕਦੇ? ਕਿਹੜਾ ਕਹਿਰ ਹੋ ਜਾਏਗਾ ਕਿ ਕੌਮ ਦਾ ਪ੍ਰਚਾਰਕ ਜਾ ਕੇ ਆਪਣੇ ਵੀਰਾਂ ਨੂੰ ਗਲਵੱਕੜੀ 'ਚ ਲੈ ਲੇ? ਕੱਲ੍ਹ ਵੀ ਇੱਕ ਨੌਜਵਾਨ ਨੇ, ਮੈਂ ਗੱਲਬਾਤ ਇੱਥੇ ਕੀਤੀ, ਉਹਨੇ ਵੀ ਕਿਹਾ ਕਿ ਜੇ ਸਾਨੂੰ ਇਸ ਰੌਲਿਆਂ ਦੇ ਵਿੱਚ ਨਾ ਪਾਇਆ ਗਿਆ ਹੁੰਦਾ ਕਿ ਇਹ ਬਾਣੀ ਪੜ੍ਹਨੀ ਆ ਨਹੀਂ ਪੜ੍ਹਨੀ, ਇਹਨੂੰ ਇੱਥੇ ਤੱਕ ਪੜ੍ਹਨਾ, ਜੇ ਇਹ ਕਲੇਸ਼ ਵਾਲੀਆਂ ਗੱਲਾਂ ਨਾ ਹੁੰਦੀਆਂ ਤੇ ਸਿੱਧੀ ਇੱਕ ਹਿਸਾਬ ਨਾਲ ਸਿਖਾਇਆ ਗਿਆ ਹੁੰਦਾ ਤਾਂ ਅਸੀਂ ਇਸ ਚੀਜ਼ ਤੋਂ ਦੂਰ ਹੀ ਨਾ ਹੁੰਦੇ। ਨੌਜਵਾਨਾਂ ਦੇ ਅੰਦਰ ਭਾਵਨਾ ਤਾਂ ਕਿਤੇ ਨਾ ਕਿਤੇ ਲੱਗਦੀ ਹੈ, ਪਰ ਉਹ ਇੱਕ ਗੈਪ ਲੱਗਦਾ ਹੈ ਜੀ, ਜਿਹੜਾ ਉਹ ਭਰਿਆ ਨਹੀਂ ਗਿਆ। ਤੁਹਾਨੂੰ ਲੱਗਦਾ ਵੀ ਸਾਡੇ ਵਿਦਵਾਨਾਂ ਦਾ ਵੀ ਜਾਂ ਪ੍ਰਚਾਰਕਾਂ ਦਾ ਵੀ ਇਹਦੇ ਵਿੱਚ ਦੋਸ਼ ਰਿਹਾ? ਸੋ ਇਹ ਗੱਲ ਪੱਕੀ ਹੈ ਕਿ ਸਾਨੂੰ ਜਿਹੜਾ ਸਿਸਟਮ ਬਣਾਉਣਾ ਸੀ ਨਾ, ਵੀ ਸਾਡੇ ਪੈਸੇ ਦਾ ਫੰਡ ਰੇਂਜ ਹੋਵੇ। ਹੁਣ ਪੈਸੇ ਦੇ ਫੰਡ ਤੇ ਮੇਰਾ ਕਬਜ਼ਾ ਨਹੀਂ ਹੈ। ਕੁਝ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਫਿਲਮਾਂ ਆਉਂਦੀਆਂ ਨਾ ਤਾਂ ਉਹ ਪੂਰੇ ਗਿਆਨ ਨਾਲ ਨਹੀਂ ਬਣਾਈਆਂ ਜਾਂਦੀਆਂ। ਉਹਨਾਂ ਨੂੰ ਜਿਹੜੇ ਫਿਲਮਾਂ ਬਣਾਉਂਦੇ ਉਹਨਾਂ ਨੂੰ ਉਹਨਾਂ ਗਿਆਨ ਵੀ ਨਹੀਂ ਹੁੰਦਾ। ਕਈ ਵਾਰੀ ਅਜਿਹੀਆਂ ਚੀਜ਼ਾਂ ਦਿਖਾ ਦਿੱਤੀਆਂ ਜਾਂਦੀਆਂ। ਇੱਕ ਫਿਲਮ ਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਕਿ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਜਾਂ ਫਤਿਹ ਸਿੰਘ ਜੀ ਜਦੋਂ ਗੰਗੂ ਨੂੰ ਕੋਈ ਲਾਲਚ ਦਿੰਦੇ ਆ, ਇਹੋ ਜਿਹਾ ਸੀਨ ਘੜ ਦਿੱਤਾ ਜਾਂਦਾ ਕਿ ਜਦੋਂ ਅਨੰਦਪੁਰ ਸਾਹਿਬ ਹੀ ਹੁੰਦੇ ਲਾਲਚ ਦਿੰਦੇ ਆ ਤੇ ਉਹ ਕੋਈ ਕੰਮ ਕਰਵਾ ਲੈਂਦੇ ਆ। ਫਿਰ ਮਾਤਾ ਗੁਜਰੀ ਜੀ ਲਾਲਚ ਦਿੰਦੇ। ਕੁਝ ਅਜਿਹੇ ਸੀਨ ਦੀ ਉਹਨਾਂ ਨੇ ਗੱਲ ਕੀਤੀ ਕਿ ਜੋ ਚੀਜ਼ਾਂ ਸਿਧਾਂਤ ਤੋਂ ਵੀ ਮਤਲਬ ਨਹੀਂ ਬਣਦਾ, ਜਿਨ੍ਹਾਂ ਦਾ ਮਨ ਘੜਤ ਸੀਨ ਅਜਿਹੇ ਪਾ ਦਿੱਤੇ ਜਾਂਦੇ ਜਿਹੜੇ ਕਿ ਫਿਰ ਜਿਹੜਾ ਹੈਗਾ ਇਤਿਹਾਸ ਨੂੰ ਵੀ, ਸਿਧਾਂਤ ਨੂੰ ਵੀ ਢਾਹ ਲਾ ਦਿੰਦੇ। ਵੀ ਉਹਨਾਂ ਦੇ ਉੱਤੇ ਫਿਰ ਕੌਣ ਜਿਹੜਾ ਹੈਗਾ ਧਿਆਨ ਰੱਖੂਗਾ, ਉਹਨਾਂ ਨੂੰ ਕੌਣ ਦੇਖੂਗਾ? ਬਿਲਕੁਲ ਕੁੰਡਾ ਚਾਹੀਦਾ, ਸੈਂਸਰ ਚਾਹੀਦਾ, ਸਿੱਖਾਂ ਦਾ ਆਪਣਾ ਸੈਂਸਰ ਬੋਰਡ ਚਾਹੀਦਾ। ਮੈਂ ਇਸ ਗੱਲ ਨਾਲ ਸਹਿਮਤ ਹਾਂ।
ਨੌਜਵਾਨੀ ਇੱਕ ਵਾਰੀ ਫੇਰ ਇੱਕ ਨੌਜਵਾਨ ਆਗੂ ਦੇ ਰੂਪ ਦੇ ਵਿੱਚ ਇਕੱਤਰ ਹੋਈ ਹੈ ਜੀ, ਤੇ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਇੱਕ ਵਹੀਰ ਦੇ ਰੂਪ ਵਿੱਚ ਚੱਲੇ ਭਾਈ ਅਮਰਤਪਾਲ ਸਿੰਘ ਦੇ ਨਾਲ ਨੌਜਵਾਨ ਲੱਗੇ ਆ ਜੀ। ਜੇ ਕੋਈ ਵੀ ਅੰਮ੍ਰਿਤ ਛਕਾਉਂਦਾ ਹੈ, ਭਾਵੇਂ ਕੋਈ ਉਹ ਚੋਲੇ ਵਾਲਾ ਬਾਬਾ ਹੈ, ਭਾਵੇਂ ਕੋਈ ਪੈਂਟ ਕਮੀਜ਼ ਵਾਲਾ ਹੈ, ਮੈਂ ਉਹਦੇ ਪੈਰੀਂ ਹੱਥ ਲਾਉਂਦਾ। ਕਿਸੇ ਦੇ ਉੱਜੜਦੇ ਘਰ ਹੈ ਨਾ ਕੋਈ ਵਿਚਾਰਿਆ ਤੇ ਇਹ ਚਰਚਾ ਚੱਲਦੀ ਹੈ ਜਦੋਂ ਅਸੀਂ ਇੱਕ ਪੱਖ ਲੈਂਦੇ ਹਾਂ ਵੀ ਅਜੇ ਤੱਕ ਸਭ ਠੀਕ ਹੈ, ਜਦੋਂ ਗਲਤ ਕਰੇਗਾ ਫਿਰ ਵਿਰੋਧ ਕਰਾਂਗੇ। ਮੈਂ ਨਹੀਂ ਇਹ ਗੱਲ ਕਹਿੰਦਾ, ਮੈਂ ਤਾਂ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ, ਬੰਦਾ ਜਾਂ ਕੋਈ ਵੀ ਗਲਤ ਕਿਸੇ ਕੋਈ ਹੋ ਸਕਦਾ, ਪਰ ਮੈਂ ਅਰਦਾਸ ਕਰਦਾ ਕਿ ਤੂੰ ਸਿਰ ਤੇ ਹੱਥ ਰੱਖ, ਤੇਰੇ ਸਿੱਖਾਂ ਕੋ ਗਲਤ ਹੋਏ ਨਾ, ਤੂੰ ਅਗਵਾਈ ਦੇ। ਤੇ ਕਾਸ਼ ਵਾਹਿਗੁਰੂ ਕਰੇ ਜਿਹੜੀ ਸੋਚ ਲੈ ਕੇ ਅੰਮ੍ਰਿਤ ਛਕਾਉਣ ਦੀ, ਨਸ਼ੇ ਛਡਾਉਣ ਦੀ, ਇੱਦਾਂ ਹੀ ਇਹ ਕਾਫਲਾ ਤੁਰੇ। ਘਰ ਉੱਜੜੇ ਹੋਏ ਵੇਖੇ ਨੇ, ਵਿਜ਼ਿਟ ਕੀਤਾ ਮੈਂ ਉਹਨਾਂ ਘਰਾਂ 'ਚ, ਉਹਨਾਂ ਘਰਾਂ ਦੇ ਹਾਸੇ ਖੁਸ਼ੀਆਂ, ਇਕੱਲਾ ਇੱਕ ਜੀ ਨਹੀਂ ਮਰਿਆ, ਸਾਰਾ ਟੱਬਰ ਮਰਦਾ, ਉਹਨਾਂ ਦੀਆਂ ਸਦਰਾਂ ਮਰਦੀਆਂ, ਭਵਿੱਖ ਮਰਦਾ ਬੱਚਿਆਂ ਦਾ। ਤੇ ਜੇ ਇੱਕ ਬੱਚੇ ਨੂੰ ਵੀ ਕੋਈ ਮੋੜ ਲਿਆਂਦਾ ਨਾ, ਤਾਂ ਸਮਝ ਲਓ ਵੀ ਉਹਨੇ 100 ਸਾਲ ਜੁੱਤੀਆਂ ਝਾੜਨ ਨਾਲੋਂ ਨਾ ਵੱਧ ਸੇਵਾ ਕਰ ਲਈ ਹੈ, ਪਰਉਪਕਾਰ ਕਰ ਲਿਆ। ਤਾਂ ਬਹੁਤ ਮੈਂ ਤੇ ਤਾਰੀਫ ਕਰਾਂਗਾ ਰੱਜ ਕੇ ਜੀ, ਕੋਈ ਭਲੇ ਕਾਰਜ ਵਾਸਤੇ ਤੁਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੇ ਸੰਸਾਰ ਦੇ ਇਤਿਹਾਸ ਦੇ ਵਿੱਚ ਇੱਕ ਅਜਿਹਾ ਵਾਕਿਆ ਵੀ ਵਾਪਰਿਆ ਜਿਸ ਦੀ ਮਿਸਾਲ ਪੂਰੀ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਮਿਲਦੀ। ਮੇਰੇ ਕਹਿਣ ਤੋਂ ਭਾਵ ਫਤਿਹਗੜ੍ਹ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਛੋਟੇ ਸਾਹਿਬਜ਼ਾਦਿਆਂ ਦੀ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਇਸ ਥਾਂ ਦੇ ਉੱਤੇ ਹੁੰਦੀ ਹੈ, ਜਿਸ ਦਾ ਪੂਰੀ ਦੁਨੀਆ ਦੇ ਵਿੱਚ ਕੋਈ ਸਾਨੀ ਨਹੀਂ। ਇਸੇ ਸ਼ਹਾਦਤ ਨੂੰ ਸਿਜਦੇ ਕਰਨ ਦੇ ਲਈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇਸ ਸਥਾਨ ਦੇ ਉੱਤੇ ਹਰ ਸਾਲ ਪਹੁੰਚਦੀ ਹੈ। ਸੋ ਸ਼ਹੀਦੀ ਪੰਦਰਵਾੜਾ ਚੱਲ ਰਿਹਾ, ਸੰਗਤ ਦੂਰ ਦਰਾਡਿਆਂ ਤੋਂ ਨਤਮਸਤਕ ਹੋਣ ਦੇ ਲਈ ਆਈ ਹੈ। ਸਾਡੇ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬਹੁਤ ਸਾਰੀਆਂ ਚਰਚਾਵਾਂ ਕਰਨ ਦੀ ਲੋੜ ਹੈ, ਭਾਵੇਂ ਬਹੁਤ ਸੁਧਾਰ ਸਮੇਂ-ਸਮੇਂ ਦੇ ਨਾਲ ਹੋਇਆ, ਪਰ ਬਹੁਤ ਚੀਜ਼ਾਂ ਤਕਨੀਕ ਦੇ ਵਧਣ ਨਾਲ ਅਜਿਹੀਆਂ ਵੀ ਆਈਆਂ ਜੋ ਗੁਰੂ ਘਰਾਂ ਦੇ ਵਿੱਚ ਹੋਣੀਆਂ ਨਹੀਂ ਚਾਹੀਦੀਆਂ ਜਾਂ ਇਹਨਾਂ ਸਭਾਵਾਂ ਦੇ ਵਿੱਚ ਨਹੀਂ ਹੋਣੀ ਚਾਹੀਦੀਆਂ। ਜਿੱਥੇ ਚਰਚਾਵਾਂ ਗੁਰਮਤ ਦੇ ਵਿੱਚ ਰਹਿੰਦੇ ਹੋਏ ਕਿਸ ਤਰ੍ਹਾਂ ਸਾਨੂੰ ਚੱਲਣਾ ਚਾਹੀਦਾ, ਉਸ ਦੇ ਬਾਰੇ ਵਿੱਚ ਕਰਾਂਗੇ। ਤਾਂ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਕਿਵੇਂ ਦੇਖਦੇ ਹੋ ਅਜਿਹੀ ਸ਼ਹਾਦਤ, ਅਜਿਹਾ ਸਾਡਾ ਇਤਿਹਾਸ ਜਿਹਦਾ ਦੁਨੀਆ ਦੇ ਵਿੱਚ ਕੋਈ ਸਾਨੀ ਨਹੀਂ, ਤੇ ਜਿਸ ਤਰ੍ਹਾਂ ਅੱਜ ਅਸੀਂ ਮਨਾ ਰਹੇ ਹਾਂ, ਜਿਸ ਤਰ੍ਹਾਂ ਸਾਨੂੰ ਮਨਾਉਣਾ ਚਾਹੀਦਾ ਹੈ ਜਾਂ ਜਿਸ ਤਰ੍ਹਾਂ ਮਨਾਇਆ ਜਾਂਦਾ ਸੀ, ਉਸ ਦੇ ਬਾਰੇ ਵਿੱਚ ਥੋੜ੍ਹੀ ਜਿਹੀ ਗੱਲਬਾਤ ਕਰੀਏ, ਚਾਨਣਾ ਪਾਈਏ ਜੀ। ਇਤਿਹਾਸ ਬੜਾ ਅਦੁੱਤੀ ਹੈ, ਬੜਾ ਲਾਮਿਸਾਲ ਹੈ ਵਾਕਈ। ਇਹਦਾ ਲੋਕਾਂ ਤੱਕ ਮੈਸੇਜ ਕਿਵੇਂ ਕਨਵੇ ਕਰਨਾ ਹੈ, ਇਹ ਵਾਰਸਾਂ ਦਾ ਕੰਮ ਹੁੰਦਾ ਹੈ। ਇਤਿਹਾਸ ਸਿਰਜਣ ਵਾਲੇ ਆਪਣੀ ਜ਼ਿੰਦਗੀ ਨੂੰ, ਆਪਣੇ ਆਪੇ ਨੂੰ, ਆਪਣੇ ਨਿੱਜ ਨੂੰ ਇੱਕ ਬੀਜ ਜਿਵੇਂ ਧਰਤੀ 'ਚ ਆਪਾਂ ਦਫਨ ਕਰਦਾ ਅਤੇ ਫਿਰ ਉੱਥੇ ਬੂਟਾ ਉੱਗਦਾ, ਅਤੇ ਉਹਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਉਸ ਬੂਟੇ ਦੀ ਛਾਂ ਕਿਹਨੇ ਮੰਨਣੀ ਹੈ ਜਾਂ ਉਹਦੀ ਪਰਵਰਿਸ਼ ਜਾਂ ਉਹਦੀ ਸ਼ਾਨੋ ਸ਼ੌਕਤ। ਇਸੇ ਤਰ੍ਹਾਂ ਸ਼ਹੀਦ ਆਪਾ ਫਨਾਹ ਕਰਦੇ ਆ, ਅਤੇ ਉਹ ਇਹ ਸੋਚ ਕੇ ਨਹੀਂ ਕਰਦੇ ਕਿ ਮੇਲੇ ਲੱਗਣੇ ਨੇ ਜਾਂ ਸਾਡੀ ਸ਼ੋਹਰਤ। ਉਹ ਸ਼ੋਹਰਤ ਨੂੰ, ਨਿੱਜ ਨੂੰ, ਆਸਾਵਾਂ ਨੂੰ, ਵਾਸ਼ਨਾਵਾਂ ਨੂੰ, ਲਾਲਸਾਵਾਂ ਨੂੰ ਜਿੱਤਦੇ ਆ, ਅਤੇ ਫਿਰ ਹੀ ਆਪਣਾ ਸਾਰਾ ਕੁਝ ਤਿਆਗਦੇ ਆ, ਸਾਰਾ ਕੁਝ ਕੁਰਬਾਨ ਕਰਦੇ ਆ। ਤੋ ਉਹ ਬੂਟਾ ਜਦੋਂ ਬਣਦਾ ਅਤੇ ਉਹਦੇ ਵਾਰਸਾਂ ਦਾ ਕੰਮ ਹੈ ਵੀ ਉਸ ਫਸਲ ਨੂੰ ਸਾਂਭਣਾ ਕਿਵੇਂ। ਬੀਜ ਨੇ ਆਪਣਾ ਆਪਾ ਜੋ ਸੀ ਉਹ ਕੁਰਬਾਨ ਕਰ ਦਿੱਤਾ। ਵਕਤ ਦੇ ਨਾਲ ਨਾਲ ਬਹੁਤ ਬਦਲਾਅ ਆਇਆ, ਠੀਕ ਹੈ, ਵਾਰਸ ਆਏ। ਪਹਿਲਾਂ 5 ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ 'ਚ ਪਹਿਲੀ ਵਾਰ ਇਸ ਧਰਤੀ ਨੂੰ ਉਹਨਾਂ ਨੇ ਆ ਕੇ ਸਜਦਾ ਕੀਤਾ, ਉਹ ਯਾਦਗਾਰ ਸਥਾਪਿਤ ਕੀਤੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ 1716 'ਚ, ਅਤੇ ਫਿਰ ਜੈਨ ਖਾਂ ਇੱਥੇ ਸਥਾਪਿਤ ਹੁੰਦਾ, ਕਾਬਜ ਹੁੰਦਾ। ਨੈਚੁਰਲੀ ਆ ਮੁਗਲ ਜਿਨ੍ਹਾਂ ਨੇ ਸਾਹਿਬਜ਼ਾਦੇ ਨਹੀਂ ਛੱਡੇ, ਉਹ ਨਿਸ਼ਾਨੀਆਂ ਕਿਉਂ ਛੱਡਣਗੇ, ਉਹਨਾਂ ਨੇ ਮਿਟਾਉਣ ਦਾ ਯਤਨ ਕੀਤਾ। ਫਿਰ 1764 ਵਿੱਚ ਸਿੱਖ ਸਥਾਪਿਤ ਹੁੰਦੇ ਆ ਕਿ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਹੇਠਾਂ, ਅਤੇ ਉਹ ਢੂੰਡ ਕੇ ਉਸ ਸਥਾਨ ਨੂੰ, ਜਿਹੜਾ ਆਪਾਂ ਬੇਸਮੈਂਟ 'ਚ ਉਤਰਦੇ ਹਾਂ, ਉਹ ਬੇਸਿਕਲੀ ਇਹ ਨਹੀਂ ਸੀ ਕਿ ਉੱਥੇ ਸ਼ਹੀਦੀ ਬੇਸਮੈਂਟ 'ਚ ਹੋਈ ਸੀ, ਅਸਲ 'ਚ ਉਹ ਗਰਾਊਂਡ ਲੈਵਲ ਹੈ। ਪਰ ਸਿੱਖਾਂ ਨੇ ਇਹ ਖੂਨੀ ਸਰਹੰਦ ਦੇ ਕਿੰਗਰੇ ਇੰਨੇ ਮਿੱਟੀ 'ਚ ਮਿਲਾਏ, ਜਿਹੜਾ ਇਹ ਟਿੱਬਾ ਆ ਸਾਰਾ, ਆਪਾਂ ਚੜ੍ਹਾਈ ਚੜ੍ਹ ਕੇ ਜਾਂ ਫਿਰ ਥੱਲੇ ਉਤਰਨਾ ਪੈਂਦਾ, ਜਿਹੜਾ ਆਲਾ ਦੁਆਲਾ ਉੱਚਾ ਆ, ਉਹ ਸਾਰਾ ਅਜੇ ਵੀ ਥੱਲੇ ਢੱਠੀਆਂ ਹੋਈਆਂ ਬਿਲਡਿੰਗਾਂ ਬਿਲਕੁਲ ਇਹਨੇ ਬਿਨ ਮੌਜੂਦ ਨੇ। ਜਦੋਂ ਅਸੀਂ ਪਿੱਛੇ ਰਸਤਾ ਕੱਢਿਆ, ਪਿਛਲੇ ਪਾਸੇ ਨੂੰ ਟਨਲ ਨਿਕਲੀ ਹੇਠੋਂ, ਅਤੇ ਉਹ ਬਿਲਕੁਲ ਦੀਵਾਰਾਂ ਬਹੁਤ, ਜਦੋਂ ਮਰਜ਼ੀ ਖਾਲਸਾ ਪੰਥ ਆਪਣੀ
ਆਪਣੀ ਗੈਰਤ ਦੀ ਉਹ ਵਿਰਾਸਤ ਮੈਂ ਕਹਾਂਗਾ ਸਿੱਖਾਂ ਦਾ ਵਿਰਸਾ ਹੈ ਵੀ ਕਿਵੇਂ ਹੰਕਾਰ ਦੇ ਰਾਜ ਦੇ ਕਿੰਗਰੇ ਮਿੱਟੀ 'ਚ ਮਿਲਾਏ ਉਹਨਾਂ ਨੇ ਤੇ ਉਹਨੂੰ ਖੋਜ ਕੇ ਢੂੰਡ ਕੇ ਵੇਖ ਸਕਦਾ ਹੈ ਨਾ। ਟਿੱਬਿਆਂ ਦੇ ਹੇਠਾਂ ਪੂਰੇ ਮਹਿਲ ਦਫਨ ਕਰ ਦਿੱਤੇ ਜਿਹੜੇ ਮੁਗਲ ਹਕੂਮਤ ਦੇ 750 ਸਾਲ ਦੀ ਹਕੂਮਤ ਸੀ। ਸੋ ਨੈਚੁਰਲੀ ਅਗੇ ਵਾਰਸ ਜਿਉਂ-ਜਿਉਂ ਜਾਗਦੇ ਆ ਤਿਉਂ-ਤਿਉਂ ਫਿਰ ਆਪਣੀ ਵਿਰਾਸਤ ਨੂੰ ਸੰਭਾਲਦੇ ਆ। ਸਮਾਂ ਬੀਤਿਆ, ਕੁਛ ਕਮਿਊਨੀਕੇਸ਼ਨ ਗੈਪ ਸਨ, ਲੋਕਾਂ ਨੂੰ ਬਹੁਤਾ ਗਿਆਨ ਨਹੀਂ ਸੀ। ਮੇਲੇ ਦਾ ਰੂਪ ਧਾਰ ਗਿਆ ਇਹ ਸਥਾਨ। ਕਦੀ ਸਾਡੇ ਪੁਰਖੇ ਧਰਤੀ 'ਤੇ ਸੌਂ ਕੇ ਇੱਕ ਅਹਿਸਾਸ ਕਰਦੇ ਸੀ ਕਿ ਉਹ ਘੜੀਆਂ ਕਿੱਦਾਂ ਦੀਆਂ ਸਨ। ਫਿਰ ਵਕਤ ਆਪਣੀ ਚਾਲੇ ਚੱਲਦਾ ਗਿਆ, ਫਿਰ ਪ੍ਰਚਾਰ ਪ੍ਰਸਾਰ ਦੇ ਸਾਧਨ ਆਏ ਅਤੇ ਮੈਂ ਮਹਿਸੂਸ ਕਰਦਾ ਕਿ ਜਿਹੜੀਆਂ ਗੱਲਾਂ ਮੰਨ ਲਓ ਮੈਂ ਪ੍ਰਚਾਰ 'ਚ ਇੱਥੇ ਕੀਤੀਆਂ ਅਤੇ ਜੇ ਮੈਂ ਇਹ 1000 ਬੰਦੇ ਨੂੰ ਵੀ ਸੁਣਾਉਣੀਆਂ ਹੁੰਦੀਆਂ, 1000 ਘਰ ਤੱਕ ਅਪਰੋਚ ਕਰਨੀ ਜਾਂ ਲੱਖ ਘਰ ਤੱਕ ਅਪਰੋਚ ਕਰਨੀ, ਪੈਸਾ ਟਾਈਮ ਕਿੰਨਾ ਕੁਝ ਚਾਹੀਦਾ ਸੀ। ਪਰ ਇਹੀ ਗੱਲਾਂ ਮੀਡੀਏ ਦੇ ਰਾਹੀਂ ਅੱਜ ਜਿਹੜੇ ਸਾਧਨ ਨੇ ਸਾਡੇ ਕੋਲ ਕਮਿਊਨੀਕੇਸ਼ਨ ਦੇ, ਲੱਖਾਂ ਨਹੀਂ ਕਰੋੜਾਂ ਲੋਕਾਂ ਤੱਕ, ਗੈਰ ਸਿੱਖਾਂ ਤੱਕ ਵੀ ਪਹੁੰਚੀਆਂ। ਤੋ ਵਕਤ ਦੇ ਨਾਲ ਤਕਨੀਕ ਜਿਹੜੀ ਆ ਉਹ ਬਹੁਤ ਕੁਝ ਬਦਲਦੀ ਹੈ। ਵਿਰਾਸਤ ਸਾਡੇ ਕੋਲ ਸੀ ਪਰ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਅਤੇ ਜਿਉਂ-ਜਿਉਂ ਲੋਕਾਂ ਨੂੰ ਕਿ ਅਸੀਂ ਆਪਣਿਆਂ ਨੂੰ ਨਹੀਂ ਦੱਸ ਸਕੇ ਕਿ ਉਹ ਜਜ਼ਬਾਤ ਭਾਵਨਾਵਾਂ ਕਿਸ ਫੀਲਿੰਗ ਵਿੱਚ ਇੱਥੇ ਆਉਣਾ ਅਤੇ ਜਿਉਂ-ਜਿਉਂ ਲੋਕਾਂ ਤੱਕ ਸਾਡੇ ਯੂਥ ਤੱਕ ਪਹੁੰਚੀ ਅਤੇ ਉਹਨਾਂ ਨੂੰ ਸਮਝ ਆਈ ਕਿ ਇਹ ਮੇਲਾ ਨਹੀਂ ਹੈ, ਇਹ ਇੱਕ ਅਹਿਸਾਸ ਹੈ। ਸਿੰਘ ਸਾਹਿਬ ਜੀ, ਇੱਕ ਗੱਲ ਕਹੀ ਜਾਂਦੀ ਹੈ ਕਿ ਜਦੋਂ ਪੁਰਾਣਾ ਸਮਾਂ ਸੀ ਲੋਕਾਂ ਦੇ ਘਰ ਕੱਚੇ ਸੀ ਪਰ ਲੋਕਾਂ ਦਾ ਧਰਮ ਬੜਾ ਪੱਕਾ ਸੀ, ਲੋਕਾਂ ਦਾ ਵਿਸ਼ਵਾਸ ਬੜਾ ਪੱਕਾ ਸੀ। ਅੱਜ ਅਸੀਂ ਪੱਕੇ ਮਕਾਨਾਂ 'ਚ ਆ ਗਏ, ਮਹਿਲ ਮਨਾਰੇ ਬਣ ਗਏ ਜੀ, ਚੀਜ਼ਾਂ ਪੱਕੀਆਂ ਹੋ ਗਈਆਂ ਪਰ ਈਮਾਨ ਲੋਕਾਂ ਦਾ ਧਰਮ ਕੱਚਾ ਹੋ ਗਿਆ। ਇਹ ਕਾਰਨ ਕੀ ਸਮਝਦੇ ਹੋ? ਐਕਚੁਅਲੀ ਇਸ ਅਖਾਣ ਦਾ ਅਰਥ ਇਹ ਨਹੀਂ ਹੈ ਕਿ ਸਿੱਖਾਂ ਕੋਲ ਪੱਕੇ ਘਰ ਨਾ ਹੋਣ। ਗੁਰੂ ਸਾਹਿਬ ਚਾਹੁੰਦੇ ਆ ਮੋਤੀ ਤਾਂ ਮੰਦਰ ਉਸਰਾ, ਰਤਨੀ ਤਾਂ ਹੋਵੇ ਜੜਾਓ, ਸਿੱਖਾਂ ਦੇ ਘਰ ਹੀਰਿਆਂ ਦੇ ਜੜੇ ਹੋਣ। ਪਰ ਨਾਲ ਇਹ ਗੱਲ ਹੈ ਕਿ ਮਟੀਰੀਅਲਿਸਟ ਯੁੱਗ ਦੇ ਅੰਦਰ ਮਤ ਦੇਖ ਭੁੱਲਾਂ ਵਿਸਰੈ, ਸੁੱਖ ਮੰਨਣ, ਘਰ ਪੱਕੇ ਹੋਣ। ਪਰ ਇਹ ਨਾ ਹੋਵੇ ਕਿ ਅਸੀਂ ਆਰਾਮ ਪ੍ਰਸਤ ਅਤੇ ਉਹ ਸੁੱਖ ਵਿਲਾਸੀ ਹੋ ਕੇ ਅਤੇ ਆਪਣੀ ਵਿਰਾਸਤ ਨੂੰ ਭੁੱਲ ਜਾਈਏ। ਸਾਨੂੰ ਲੋਕੀ ਤਾਂ ਇਹ ਕਹਿੰਦੇ ਸੀ ਨਾ ਵੀ ਨਾਮ ਜਪਣ ਲਈ ਜੰਗਲਾਂ 'ਚ ਜਾਣ ਦੀ ਲੋੜ ਹੈ, ਗੁਫਾਵਾਂ 'ਚ ਜਾਣ ਦੀ ਲੋੜ ਹੈ। ਗੁਰੂ ਸਾਹਿਬ ਨੇ ਕਿਹਾ ਵੀ ਤੁਹਾਡੇ ਸੋਹਣੇ ਬਿਸਤਰੇ ਜਿਹੜੇ ਨੇ ਉਹ ਵੀ ਤੁਹਾਡੇ ਯਾਦ ਦਾ, ਸਿਮਰਤੀ ਦਾ ਸਾਧਨ ਬਣ ਸਕਦੇ ਆ। ਜੇ ਪ੍ਰਸਾਦ ਸੁੱਖ ਸੇ ਸੁਈਜੈ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਵੀ ਜਦੋਂ ਤੁਸੀਂ ਉਹ ਸੁੱਖਾਂ ਨੂੰ ਭੋਗੋ। ਅਸੀਂ ਵੀ ਬਿਸਤਰ 'ਤੇ ਸੌਈਏ, ਸਾਨੂੰ ਠੰਡਾ ਬੁਰਜ ਯਾਦ ਆਏ, ਸਾਨੂੰ ਮਾਛੀਵਾੜਾ ਯਾਦ ਆਏ, ਸਾਨੂੰ ਚਮਕੌਰ ਦੀ ਗੜੀ ਯਾਦ ਆਏ। ਤੋ ਫਿਰ ਇਹ ਜਿਹੜੀ ਕਹਾਵਤ ਹੈ ਕਿ ਘਰ ਪੱਕੇ ਅਤੇ ਸਿੱਖ ਕੱਚੇ, ਫਿਰ ਉਹ ਬਦਲ ਜਾਏਗੀ। ਬਸ ਗੱਲ ਤਾਂ ਅਹਿਸਾਸ ਦੀ ਹੈ। ਅਹਿਸਾਸ ਅੱਜ ਕੱਲ੍ਹ ਕਰਨਾ ਬੜਾ ਮੁਸ਼ਕਿਲ ਹੋ ਗਿਆ ਜੀ, ਕਿਉਂਕਿ ਅਹਿਸਾਸ ਹੋ ਹੀ ਨਹੀਂ ਰਿਹਾ। ਕਹਿੰਦੇ ਪੁਰਾਣੇ ਬਜ਼ੁਰਗ ਜੀ ਜੋ ਸੀ ਹੁੰਦੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਬਿਸਤਰੇ ਭੁੰਜੇ ਲਾ ਲੈਂਦੇ ਸੀ, ਅਹਿਸਾਸ ਕਰਨ ਦਾ ਯਤਨ ਕਰਦੇ ਸੀ ਕਿ ਕਿਸ ਤਰ੍ਹਾਂ ਸ਼ਹਾਦਤਾਂ ਹੋਈਆਂ ਹੋਣਗੀਆਂ ਉਸ ਠੰਡ ਦੇ ਮੌਸਮ ਦੇ ਵਿੱਚ। ਅਤੇ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਤੋਂ ਵੀ ਅਸੀਂ ਟੁੱਟੇ ਹਾਂ ਤਾਂ ਇਸ ਪਾਸੇ ਆਏ ਹਾਂ? ਨਹੀਂ, ਉਹ ਵਧੀਆ ਗੱਲਾਂ ਹੈ। ਅੱਜ ਵੀ ਬਹੁਤ ਸਾਰੇ ਪਰਿਵਾਰ ਫਤਿਹਗੜ੍ਹ ਸਾਹਿਬ ਦੇ ਚੌਗਿਰਦੇ 'ਚ ਇੱਦਾਂ ਦੇ ਹਨ। ਇੱਦਾਂ ਹੁੰਦਾ, ਇਹ ਕੋਈ ਕਰਮਕਾਂਡ ਨਹੀਂ ਹੈ, ਕੋਈ ਹੱਠ ਨਹੀਂ ਹੈ, ਬਲਕਿ ਇੱਕ ਸਿਮਰਨ ਦੀ ਵਿਧੀ ਹੈ ਵੀ ਅਸੀਂ ਕਿਉਂ ਥੱਲੇ ਪਏ ਹਾਂ, ਯਾਦ ਕਰਨਾ ਠੰਡੇ ਬੁਰਜ ਨੂੰ। ਪਰ ਜਿਹੜੇ ਕੋਸ਼ਿਸ਼ਾਂ ਜਿਹੜੀਆਂ ਨੇ ਉਹਨਾਂ ਦੀ, ਮੇਰੇ ਗੁਰੂ ਦਾ ਇੱਕ ਕਥਨ ਹੈ ਵੀ ਇੱਕ ਤਿਲ ਨਹੀਂ ਭੰਨੇ ਘਾਲੇ, ਵੀ ਉਹ ਤੁਹਾਡੇ ਉਦਮ ਨੂੰ, ਤਰੱਦਦ ਦੀ ਤਿਲ ਮਾਤਰ ਦੀ ਵੀ ਜਿਹੜੀ ਘਾਲਣਾ ਉਹਨੂੰ ਵੇਸਟ ਨਹੀਂ ਜਾਣ ਦਿੰਦਾ। ਤੂੰ ਜਿੰਨਾ ਕੁ ਉਦਮ ਕੀਤਾ ਉਹਦੇ ਸਾਰਥਕ ਨਤੀਜੇ ਨਿਕਲੇ ਆ। ਉਹੀ ਨੌਜਵਾਨ ਬੜੇ ਵੈਰਾਗ ਵਿੱਚ ਹੁਣ ਵੇਖੀ ਦਾ, ਸਫਰੇ ਸ਼ਹਾਦਤ ਦੀ ਕਥਾ ਦੇ ਪ੍ਰੋਗਰਾਮ ਚੱਲਦੇ ਆ, ਹੰਝੂ ਵਹਿੰਦੇ ਵੇਖੀ ਦਾ। ਜਦ ਕਿ ਉਹ ਹੰਝੂ ਕਮਜ਼ੋਰੀ ਨਹੀਂ ਹੈ ਬਲਕਿ ਅੰਦਰ ਦਾ ਉਹ ਅਹਿਸਾਸ ਹੀ ਹੈ ਜਿਹੜਾ ਪੱਥਰ ਵਰਗੇ ਦਿਲ ਨੂੰ ਵੀ ਕੋਮਲ ਕਰਕੇ ਨੈਣਾ ਰਾਹੀਂ ਪਿਘਲਣ ਲਈ ਮਜਬੂਰ ਕਰ ਦਿੰਦਾ। ਤੋ ਵੇਸਟ ਤੇ ਨਹੀਂ ਗੁਰੂ ਜਾਣ ਦਿੰਦਾ ਜੀ। ਬਾਕੀ ਕਲਾ ਪੰਥ ਉਹਦਾ, ਉਹਨੇ ਆਪੇ ਸੁਚੇਤ ਕਰਨਾ। ਅਸੀਂ ਚੌਕੀਦਾਰ ਹਾਂ ਅਤੇ ਚੌਕੀਦਾਰਾਂ ਇਹ ਜ਼ਰੂਰ ਹੈ ਕਿ ਸਾਡੀ ਨੀਅਤ ਠੀਕ ਹੋਵੇ। ਉਹ ਆਵਾਜ਼ ਬਹੁਤੇ ਲੋਕਾਂ ਤੱਕ ਜਾਂਦੀ ਹੈ, ਥੋੜ੍ਹਿਆਂ ਤੱਕ। ਸਾਡਾ ਜਿਹੜਾ ਪਰਪਸ ਹੈ, ਸਾਡੀ ਜਿਹੜੀ ਅੰਦਰ ਦੀ ਭਾਵਨਾ ਉਹ ਬਿਲਕੁਲ ਨਿਰਮਲ ਹੋਵੇ ਅਤੇ ਗੁਰੂ ਫਿਰ ਉਹਨੂੰ ਵਿਅਰਥ ਨਹੀਂ ਜਾਣ ਦਿੰਦਾ। ਕੁਝ ਲੋਕ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਕਿ ਹੁਣ ਬਹੁਤ ਸਾਰਾ ਪ੍ਰਚਾਰ ਹੋਣਾ ਵੀ ਸ਼ੁਰੂ ਹੋਇਆ ਸਮੇਂ ਦੇ ਨਾਲ ਕਿ ਸ਼ਹੀਦੀ ਜੋੜ ਮੇਲ ਨੂੰ ਮੇਲਾ ਨਾ ਕਿਹਾ ਜਾਵੇ। ਇਹ ਸਭਾਵਾਂ ਅਜਿਹੀਆਂ ਜਿਨ੍ਹਾਂ ਦੇ ਵਿੱਚ ਵਿਚਾਰ ਕਰਨਾ ਚਾਹੀਦਾ ਕਿ ਸਾਡੇ ਸ਼ਹਾਦਤਾਂ ਕਿਉਂ ਹੋਈਆਂ, ਤਾਂ ਇਹਦੇ ਵਿੱਚ ਝੂਲੇ ਬੰਦ ਹੋਣੇ ਚਾਹੀਦੇ। ਅਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜੋ ਫੈਸ਼ਨ ਪ੍ਰਸਤੀ ਜਾਂ ਉਹ ਸਾਰਾ ਬਹੁਤ ਕੁਝ ਬੰਦ ਹੋਣਾ ਚਾਹੀਦਾ। ਪਰ ਕੁਝ ਲੋਕ, ਮੈਂ ਚਮਕੌਰ ਸਾਹਿਬ ਦੀ ਸਭਾ ਦੇ ਵਿੱਚ ਚਰਚਾ ਕਿਸੇ ਨਾਲ ਕਰ ਰਿਹਾ ਸੀ ਤਾਂ ਉਹ ਕਹਿੰਦੇ ਕਿ ਤਾਂ ਸ਼ਹਾਦਤ ਦਿੱਤੀ ਹੈ ਜੀ, ਇਹ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਜੇ ਇਹ 'ਚ ਮੇਲੇ ਲੱਗ ਗਏ, ਝੂਲੇ ਲੱਗ ਗਏ ਤਾਂ ਕੀ ਫਰਕ ਪੈਂਦਾ? ਕਹਿੰਦੇ ਇਹਦੇ ਵਿੱਚ ਕੋਈ ਹਰਜ ਨਹੀਂ ਹੈ ਜੀ। ਕੁਛ ਲੋਕਾਂ ਦੇ ਅਜਿਹੇ ਵੀ ਵਿਚਾਰ ਹੈ ਜੀ। ਨਹੀਂ, ਮੇਲੇ ਦਾ ਅਰਥ ਝੂਲੇ ਨਹੀਂ ਹੁੰਦਾ। ਝੂਲੇ ਤੇ ਇੱਕ ਰੰਗ ਤਮਾਸ਼ੇ ਨੇ। ਫਤਿਹਗੜ੍ਹ ਸਾਹਿਬ ਵਿੱਚ ਕਿਸੇ ਕਿਸਮ ਦੇ ਇੱਦਾਂ ਦੇ ਝੂਲੇ ਜਾਂ ਇੱਦਾਂ ਦਾ ਸਾਧਨ ਨਹੀਂ ਹੁੰਦਾ। ਇੱਥੇ ਇੱਕ DC ਆਏ ਸਨ, ਬੜੇ ਵਧੀਆ
ਆਹਲੂਵਾਲੀਆ ਜੀ, ਤੇ ਉਹਨਾਂ ਨੇ ਬਹੁਤ ਵਧੀਆ ਫੈਸਲੇ ਲਏ ਸੀ। ਇੱਥੋਂ ਤੱਕ ਵੀ ਜਿਹੜੀਆਂ ਜਗ੍ਹਾ ਕਿਰਾਏ 'ਤੇ ਦੇ ਕੇ ਕੁਝ ਲੋਕ, ਕੁਝ ਸੰਸਥਾਵਾਂ ਪੈਸੇ ਵੱਟਦੀਆਂ ਸੀ, ਉਹਨਾਂ ਨੂੰ ਚੁੱਭੀਆਂ ਵੀ ਸੀ ਇਹ ਗੱਲਾਂ, ਪਰ ਉਹ ਚੰਗੇ ਫੈਸਲੇ ਸੀ। ਗੱਲ ਮੇਲੇ ਦੇ ਅਰਥ ਜਿਹੜੇ ਆ ਉਹ ਝੂਲੇ ਨਹੀਂ ਹੁੰਦਾ, ਮੇਲੇ ਦੇ ਅਰਥ ਮਿਲਣਾ ਹੁੰਦਾ। ਪੰਜਾਬੀ ਸੱਭਿਆਚਾਰ ਵਿੱਚੋਂ ਜਿਹੜਾ ਨਿਕਲਿਆ ਹੋਇਆ ਸ਼ਬਦ ਹੈ ਮੇਲਾ, ਗੁਰਬਾਣੀ ਦੇ ਅੰਦਰ ਇਹ ਸ਼ਬਦ ਦੀ ਵਰਤੋਂ ਹੋਈ ਹੈ। ਤੋਂ ਮਿਲਣਾ ਜਾਂ ਮੇਲਾ ਜਾਂ ਮੇਲ ਸਾਮਰਥੀ ਸ਼ਬਦ ਨੇ, ਵੀ ਜੁੜ ਮਿਲ ਕੇ ਬੈਠਣਾ। ਕਹਿ ਕੁਝ ਵੀ ਲੋ, ਭਾਵਨਾ ਉਹ ਰਹਿਣੀ ਚਾਹੀਦੀ। ਭਾਵਨਾ ਇਹ ਹੈ ਕਿ ਜੋੜ ਹੋਣਾ, ਮੇਲ ਹੋਣਾ, ਗੁਰਸਿੱਖਾਂ ਦਾ ਮੇਲ ਹੋਣਾ, ਗੁਰੂ ਨਾਲ ਮੇਲ ਹੋਣਾ। ਜਦੋਂ ਅਸੀਂ ਸਾਡੇ 'ਚ ਕਮਜ਼ੋਰੀਆਂ ਆਉਂਦੀਆਂ ਨੇ ਨਾ, ਅਸੀਂ ਉਹਨਾਂ ਸ਼ਬਦਾਂ ਦੀ ਭਾਵਨਾ ਨੂੰ ਨੀਵਾਂ ਕਰ ਦਿੰਦੇ ਆ, ਤੇ ਸਾਨੂੰ ਐਂ ਲੱਗਣ ਲੱਗ ਪੈਂਦਾ ਵੀ ਸ਼ਬਦ ਵੀ ਛੋਟੇ ਹੋ ਗਏ। ਸ਼ਬਦ ਬੜੇ ਪਵਿੱਤਰ ਨੇ, ਸ਼ਬਦ ਮਾੜੇ ਨਹੀਂ ਹਨ। ਅਸੀਂ ਉਹਦੀ ਭਾਵਨਾ ਬਦਲ ਦਿੱਤੀ, ਸਾਨੂੰ ਐਂ ਲੱਗਣ ਲੱਗ ਪਿਆ ਵੀ ਮੇਲੇ ਦਾ ਮਤਲਬ ਝੂਲੇ ਹੀ ਹੁੰਦਾ। ਮੇਲੇ ਦਾ ਮਤਲਬ ਮਿਲਣ ਬੈਠਣ ਦੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਤੇ ਮਿਲੋ ਦਾ ਹੀ ਮੇਲਾ ਹੈ ਕਿ ਅਸੀਂ ਮਿਲਣਾ ਤੇ ਇਕੱਠੇ ਹੋਣਾ, ਗੁਰੂ ਕੋਲ ਬੈਠਣਾ, ਅਹਿਸਾਸ ਕਰਨਾ, ਸਫਾ ਵਿਛਾ ਕੇ ਬੈਠਣਾ। ਸੋ ਸ਼ਬਦ ਮਾੜਾ ਨਹੀਂ ਹੈ, ਸਾਨੂੰ ਉਹਦੇ ਅਰਥ ਸਮਝਣ ਦੀ ਜ਼ਰੂਰਤ ਹੈ। ਅਸੀਂ ਸ਼ਬਦ ਬਦਲ ਲੈਂਦੇ ਹਾਂ, ਠੀਕ ਹੈ, ਅਸੀਂ ਅੱਜ ਡਰਦੇ ਹਾਂ ਮੇਲੇ ਤੋਂ, ਮੇਲ 'ਤੇ ਆਏ, ਮੇਲ ਤੋਂ ਹੋਰ ਸ਼ਬਦ ਲੱਭ ਲਵਾਂਗੇ, ਪਰ ਜੇ ਸਾਡੀ ਨੀਅਤ ਨਾ ਬਦਲੀ ਤੇ ਸ਼ਬਦ ਇਕੱਲੇ ਸੋਹਣੇ ਸੋਹਣੇ ਬਦਲ ਕੇ ਕੀ ਕਰਾਂਗੇ ਅਸੀਂ ਜੀ। ਬਹੁਤ ਸਾਰੀ ਚਲੋ ਸੰਗਤ ਆਉਂਦੀ ਹੈ, ਸੰਗਤੀ ਰੂਪ ਦੇ ਵਿੱਚ ਹਰ ਕੋਈ ਇੱਥੇ ਆਉਂਦਾ, ਪਰ ਆਪਣੇ ਆਪਣੇ ਜਿਹੜੇ ਹੁੰਦੇ ਆ ਦਿਮਾਗ ਦਾ ਬੌਧਿਕ ਪੱਧਰ ਹਰੇਕ ਕਿਸੇ ਦਾ ਆਪਣਾ ਆਪਣਾ ਹੁੰਦਾ ਜੀ। ਤੇ ਤੁਹਾਨੂੰ ਲੱਗਦਾ ਵੀ ਜਿਹੜੇ ਲੋਕ ਉਹ ਜਿਹੜੇ ਉਤਸ਼ਾਹਿਤ ਕਰਦੇ ਉਹਨਾਂ ਚੀਜ਼ਾਂ ਦੇ ਆਉਣ ਨੂੰ, ਜਿਹੜੀਆਂ ਦੁਕਾਨਾਂ ਲੱਗਦੀਆਂ, ਹੁਣ ਮੈਂ ਦੇਖਿਆ ਕਿ ਬਾਹਰ ਕੁਝ ਲੋਕ ਨਾਅਰੇ ਲਾਉਂਦੇ ਸੀ ਕਿ 50 ਰੁਪਏ ਦੀ ਸੇਲ ਲੱਗ ਗਈ ਜੀ ਐਨਕਾਂ ਦੀ, ਪਰ ਉਹ ਚਸ਼ਮਾ ਅੱਖਾਂ ਦੇ ਉੱਤੇ ਨਹੀਂ ਲੱਗਦਾ ਜਿਹੜਾ ਇਤਿਹਾਸ ਦਿਖਾਵੇ, ਜਿਹੜਾ ਉਹ ਵਿਰਾਗ ਅੰਦਰ ਉੱਭਰ ਸਕੇ ਜਾਂ ਅਸੀਂ ਸੱਚ ਨੂੰ ਸਮਝ ਸਕੀਏ। ਉਹ ਚਸ਼ਮਾ ਹੁਣ ਵਿਕਦੇ ਨਹੀਂ ਦਿਖਾਈ ਦਿੰਦੇ, ਲੋਕਾਂ ਦੇ ਵੀ ਬੌਧਿਕ ਪੱਧਰ ਉੱਦਾਂ ਦੇ ਨਹੀਂ ਲੱਗਦੇ। ਉਹ ਹੁਣ ਸੁਰਮੇ ਦੇ ਲਈ ਆਵਾਜ਼ਾਂ ਮਾਰ ਰਹੇ ਕਿ ਦਾਲ ਦੇ ਵਿੱਚੋਂ ਕੰਕਰ ਵੀ ਦਿਖੂਗਾ, ਸੂਈ ਦੇ ਵਿੱਚ ਧਾਗਾ ਵੀ ਪਊਗਾ, ਅਜਿਹੀਆਂ ਆਵਾਜ਼ਾਂ ਲੱਗ ਰਹੀਆਂ। ਇਹ ਸਾਰਾ ਕੁਝ ਕਿੱਧਰ ਨੂੰ ਜਾ ਰਿਹਾ? ਕੀ ਹੁਣ ਤੁਹਾਨੂੰ ਲੱਗਦਾ ਕਿ ਫਿਰ ਤੁਸੀਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਵਾਰਿਸ ਆਏ ਸੀ ਸਿੱਖਾਂ ਦੇ ਜੀ, ਉਸ ਤੋਂ ਬਾਅਦ ਵੀ ਜਿਹੜੇ ਆਹਲੂਵਾਲੀਆ ਵਾਰਿਸ ਆਏ ਜੀ, ਉਹਨਾਂ ਵਾਰਸਾਂ ਨੇ ਆਪਣਾ ਕੰਮ ਕੀਤਾ, ਅਜੋਕੇ ਵਾਰਸ ਉਹਨਾਂ ਵਰਗੇ ਕਦੋਂ ਹੋਣਗੇ ਜੀ? ਉਹਦੇ ਲਈ ਕੀ ਤੁਹਾਨੂੰ ਲੱਗਦਾ ਵੀ ਯਤਨ ਕਰਨੇ ਪੈਣਗੇ? ਨਹੀਂ, ਮੈਨੂੰ ਸੰਤੁਸ਼ਟੀ ਹੈ ਜੀ ਪੂਰੀ। ਮੈਂ ਸਫ਼ਰੇ ਸ਼ਹਾਦਤ ਦੌਰਾਨ ਦੇਖਦਾ ਕਿ ਉਹ ਸੈਨਿਕ ਦੇ ਗਾਹਕ ਜਿਹੜੇ ਆ, ਉਹ ਯੂਥ ਜੋਸ਼ ਵਿੱਚ, ਜਜ਼ਬੇ ਵਿੱਚ ਪੂਰੇ ਲਬਾਲਬ ਭਰਿਆ ਹੋਇਆ, ਮਤਲਬ ਮਰ ਮਿਟਣ ਦੀ ਭਾਵਨਾ ਨਾਲ ਲੱਖਾਂ ਦੇ ਇਕੱਠ ਮੈਂ ਉਹ ਵੇਖਦਾ, ਤੇ ਮੈਨੂੰ ਤੇ ਸੰਤੁਸ਼ਟੀ ਇਸ ਗੱਲ ਤੋਂ ਪੂਰੀ। ਦੂਸਰੀ ਗੱਲ ਜਿਹੜੀ ਹੈ ਚੀਜ਼ਾਂ ਵਿਕਣ ਦੀ, ਵੇਖੋ ਹਰ ਗੱਲ ਦਾ ਇਹ ਨਹੀਂ ਆਪਾਂ ਕਸਮ ਖਾਧੀ ਹੋਈ ਵੀ ਵਿਰੋਧ ਕਰਨਾ। ਕੁਝ ਸਾਡੇ ਇਤਿਹਾਸਕ ਤੱਥ ਨੇ ਸਾਡੇ ਕੋਲ। ਗੁਰੂ ਸਾਹਿਬ ਜੀ ਨੇ ਜਦੋਂ ਵਿਆਹ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਗੁਰੂ ਕਾ ਲਾਹੌਰ ਵਸਾਇਆ, ਤੇ ਸਾਡਾ ਇਤਿਹਾਸ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਨੇ 4 ਬਾਜ਼ਾਰ ਲਗਵਾਏ ਉੱਥੇ, ਲਾਹੌਰ ਦਾ, ਹੁਸ਼ਿਆਰਪੁਰ ਦਾ, ਰੋਪੜ ਦਾ ਤੇ ਸਰਹੰਦ ਦੇ ਲੋਕਾਂ ਦਾ। ਉਹ ਲੋਕ ਮਹਾਰਾਜ ਦੀ ਇੱਕ ਵੱਡੀ ਜਿਹੜੀ ਦੇਣ ਸੀ ਕਿ ਲੋਕਾਂ ਦੀ ਆਰਥਿਕਤਾ ਦਾ ਵੀ ਵਿਕਾਸ ਹੋਵੇ। ਜਦੋਂ ਗੁਰੂ ਰਾਮਦਾਸ ਜੀ ਨਗਰ ਵਸਾਉਂਦੇ ਆ, ਤੇ ਸਿਰਫ ਮਾਲਾ ਫੜਾਉਣ ਵਾਸਤੇ, ਨਾਮ ਜਪਣ ਲਈ ਨਹੀਂ। ਜੇ ਨਾਮ ਹੀ ਜਪਣਾ ਹੁੰਦਾ ਇਕੱਲਾ ਹਰਿਮੰਦਰ ਸਾਹਿਬ ਬਣ ਜਾਣਾ ਸੀ, ਸ਼੍ਰੀ ਅੰਮ੍ਰਿਤਸਰ ਸਾਹਿਬ। ਉੱਥੇ 52 ਕਿੱਤਿਆਂ ਦੇ ਲੋਕ ਜਿਹੜੇ ਨੇ ਉਹ ਲਿਆ ਕੇ ਗੁਰੂ ਸਾਹਿਬ ਜੀ ਅੱਜ ਵੀ ਉਹ ਮਾਰਕੀਟਾਂ ਪੂਰੀਆਂ ਨੇ, ਗੁੜ ਮੰਡੀ, ਚੂਨਾ ਮੰਡੀ, ਫਲਾਣਾ, ਉਹ ਗੁਰੂ ਸਾਹਿਬ ਜੀ ਦੇ ਵੇਲੇ ਦੀਆਂ। ਤੋ ਗੁਰੂ ਸਾਹਿਬ ਜੀ ਇਸ ਪੱਖ ਤੋਂ ਵੀ ਸਿੱਖਾਂ ਨੂੰ ਸੁਚੇਤ ਕਰਦੇ ਸੀ, ਜਰਨੈਲੀ ਸੜਕਾਂ 'ਤੇ ਨਗਰ ਵਸਾ ਕੇ, ਕਿ ਇਹਨਾਂ ਦਾ ਆਰਥਿਕ ਵਿਕਾਸ ਵੀ ਹੋਵੇ। ਜਿੱਥੇ ਮਹਾਰਾਜ ਨੇ ਬੌਧਿਕ ਵਿਕਾਸ, ਸਰੀਰਕ ਵਿਕਾਸ ਵਾਸਤੇ ਯਤਨ ਕੀਤੇ, ਉੱਥੇ ਆਰਥਿਕ ਵਿਕਾਸ ਵਾਸਤੇ ਵੀ ਸਿੱਖਾਂ ਜਿਹੜੇ ਜਿੰਨੇ ਨਗਰ ਵਸਾਏ ਵਪਾਰੀਕਰਨ ਦੇ ਕੇਂਦਰ ਬਣਾ ਦਿੱਤੇ ਮਹਾਰਾਜ ਨੇ। ਸੋ ਜੇ ਇੱਕ ਸੰਜਮ ਵਿੱਚ, ਇੱਕ ਤਹਿਜੀਬ, ਠੀਕ ਹੈ, ਇੱਦਾਂ ਰੌਲਾ ਰੱਪਾ ਨਹੀਂ ਚੰਗਾ ਲੱਗਦਾ, ਤੇ ਉੱਥੇ ਦੁਕਾਨਾਂ ਲੱਗਣੀਆਂ, ਜਾਂ ਉਹ ਗਰੀਬਾਂ ਦਾ ਕੋਈ 150 ਕਮਾ ਕੇ ਲੈ ਗਿਆ ਕਿਸੇ ਤਰੀਕੇ, ਜਿਹੜਾ ਵੀ ਸਿਸਟਮ ਬਣਾਇਆ ਹੋਇਆ ਮੈਨੂੰ ਨਹੀਂ ਪਤਾ ਕਿੱਦਾਂ, ਤੇ ਉਹਦੇ 'ਚ ਕੋਈ ਹਰਜ ਨਹੀਂ ਹੈ। ਗੁਰੂ ਸਾਹਿਬ ਵੀ ਲਗਵਾਉਂਦੇ ਰਹੇ ਆ। ਸੋ ਤੁਸੀਂ ਕਿੱਦਾਂ ਦੇਖਦੇ ਹੋ ਕਿ ਹੁਣ ਨੌਜਵਾਨੀ ਇੱਥੇ ਆਉਂਦੀ ਹੈ? ਤੁਹਾਡੇ ਯਤਨ ਕੀ ਰਹਿੰਦੇ ਆ ਕਿ ਤੁਸੀਂ ਜਿਹੜੀ ਨੌਜਵਾਨੀ ਉਸ ਰਾਹ 'ਤੇ ਪੈ ਸਕੇ? ਅਸੀਂ ਪਿਛਲੇ ਸਮੇਂ ਤੋਂ ਹੁਣ ਦੇਖਿਆ ਹੈ ਕਿ ਬਹੁਤ ਜ਼ਿਆਦਾ ਫਰਕ ਆਉਣ ਵੀ ਲੱਗ ਗਿਆ, ਪ੍ਰਚਾਰ ਦਾ ਅਸਰ ਵੀ ਦਿਖ ਰਿਹਾ। ਨੌਜਵਾਨ ਹੁਣ ਦਸਤਾਰਾਂ ਬੰਨ੍ਹ ਕੇ ਇੱਥੇ ਆਉਂਦੇ ਆ ਜੀ। ਟੋਪੀਆਂ ਦੀ ਰਿਵਾਇਤ ਜਿਹੜੀ ਪਿਛਲੇ ਸਮੇਂ ਦੌਰਾਨ ਦੇਖਦੇ ਸੀ, ਟੋਪੀਆਂ ਲੈ ਕੇ ਆਉਣ ਲੱਗ ਗਏ ਸੀ, ਉਹਨੂੰ ਵੀ ਫਰਕ ਪਿਆ। ਤੁਸੀਂ ਕਿੱਦਾਂ ਦੇ ਯਤਨ ਕੀਤੇ? ਤੁਹਾਡੇ ਵੀ ਕਾਮਯਾਬ ਹੋਏ ਆ? ਚਲੋ ਹਰ ਸਿੱਖ ਜਿਹੜਾ ਯਤਨ ਕਰਦਾ ਬਰਾਬਰੀ। ਹਾਂਜੀ, ਹਰ ਸੰਸਥਾ ਯੋਗਦਾਨ ਪਾ ਰਹੀ ਹੈ ਆਪੋ ਆਪਣੇ ਤਰੀਕੇ ਨਾਲ। ਸਾਡੀਆਂ ਸਾਰੀਆਂ ਜਥੇਬੰਦੀਆਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ, ਜਿੰਨੇ ਵੀ ਲੱਗੇ ਨੇ, ਸਾਰਿਆਂ ਦੀ ਨਮਸਕਾਰ ਹੈ, ਸਾਰਿਆਂ ਦੇ ਉਦਮ ਨੂੰ। ਪਰ ਮੈਂ ਮੋਟੇ ਜਿਹੇ ਰੂਪ 'ਚ ਇੱਕ ਗੱਲ, ਜਿਹੜਾ ਮੇਰਾ ਬੇਸ ਹੁੰਦਾ ਸਾਰੀਆਂ ਗੱਲਾਂ ਦਾ, ਉਹ ਮੈਂ ਇੱਕ ਗੱਲ ਕਹਿੰਦਾ ਹੁੰਦਾ, ਤੁਹਾਡੇ ਰਾਹੀਂ ਵੀ ਕਹਿੰਦਾ, ਵੀ ਇੱਥੇ 2 ਤਾਕਤਾਂ ਸੀ, ਇੱਕ ਸੱਚ ਦੀ, ਇੱਕ ਪਾਪ ਦੀ, ਇੱਕ ਧਰਮ ਦੀ, ਇੱਕ ਜ਼ੁਲਮ ਦੀ। ਤੇ ਧਰਮ ਦੀ ਤਾਕਤ, ਸੱਚ ਦੀ ਤਾਕਤ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਸਾਹਿਬਜ਼ਾਦੇ, ਤੇ ਦੂਜੇ ਪਾਸੇ ਜਿਹੜੀ ਆ ਉਹ ਵਕਤ ਦੀ ਹਾਕਮ ਹੈ।
ਹਾਕਮ ਕਹਿੰਦਾ ਕਿ ਮੈਂ ਸਿੱਖੀ ਰਹਿਣ ਨਹੀਂ ਦੇਣੀ, ਸਿੱਖੀ ਸਰੂਪ ਨਹੀਂ ਰਹਿਣ ਦੇਣਾ, ਸਿੱਖੀ ਅਸੂਲ ਨਹੀਂ ਰਹਿਣ ਦੇਣੇ। ਗੁਰੂ ਦੇ ਲਾਲ ਕਹਿੰਦੇ ਆ ਕਿ ਸਾਡੀ ਜ਼ਿੰਦਗੀ ਰਹੇ ਨਾ ਰਹੇ, ਅਸੀਂ ਸਿੱਖੀ ਅਸੂਲ ਨਹੀਂ ਟੁੱਟਣ ਦੇਣੇ। ਅਤੇ ਮੈਂ ਅਕਸਰ ਯੂਥ ਨੂੰ ਗਲਵੱਕੜੀ 'ਚ ਲੈ ਕੇ ਪਿਆਰ ਦੇ ਨਾਲ ਕਾਉਂਸਲਿੰਗ ਦੇ ਰਾਹੀਂ ਇਹੀ ਪੁੱਛਦਾ ਹੁੰਦਾ ਵੀ ਆਪਾਂ ਕਿਹਨੂੰ ਰਿਪਰੈਜ਼ੈਂਟ ਕਰਨਾ ਹੈ, ਸਿੱਖੀ ਮਿਟਾਉਣ ਵਾਲੇ ਕਿ ਸਿੱਖੀ ਬਚਾਉਣ ਵਾਲੇ। ਅਤੇ ਨੈਚੁਰਲੀ ਇਹੀ ਕਹਿੰਦੇ ਆ ਵੀ ਸਿੱਖੀ ਬਚਾਉਣ ਵਾਲੇ। ਅਤੇ ਮੈਂ ਵਾਸਤਾ ਪਾਉਂਦਾ ਹੁੰਦਾ ਵੀ ਭਾਈ ਜੇ ਕੈਂਚੀਆਂ ਆਪਣੇ ਹੱਥਾਂ 'ਚ ਹੀ ਆ ਅਤੇ ਫਿਰ ਤਾਂ ਅਸੀਂ ਵਜੀਦੇ ਦੇ ਵਾਰਸ ਹੋਏ। ਅਤੇ ਅੱਜ ਨਿਰਣਾ ਕਰੋ ਖੜ ਕੇ ਵੀ ਆਪਾਂ ਸਾਹਿਬਜ਼ਾਦਿਆਂ ਦੇ ਵਾਰਸਾਂ, ਸਿੱਖੀ ਬਚਾਉਣ ਵਾਲਿਆਂ ਦੇ, ਇੱਕ ਮਿਟਾਉਣ ਵਾਲਿਆਂ। ਤੋ ਇਹ ਹੈ ਵੀ ਹੁਣ ਪੜ੍ਹਿਆ ਲਿਖਿਆ ਯੁੱਗ ਆ, ਬੱਚਿਆਂ ਨੂੰ ਦੁਖਾਂ 'ਤੇ ਆ ਵੀ ਆਪਾਂ ਪਿਆਰ ਨਾਲ ਗਲਵੱਕੜੀ 'ਚ ਨਹੀਂ ਰਿਹਾ। ਲੋੜ ਕੋਸਣ ਦੀ ਨਹੀਂ, ਜੋ ਮੈਂ ਮਹਿਸੂਸ ਕਰਦਾ, ਲੋੜ ਉਹਨਾਂ ਨਾਲ ਗੱਲਾਂ ਕਰਨ ਦੀ ਹੈ। ਗੁਰੂ ਸਾਹਿਬ ਦਾ ਜਿਹੜੀ ਥਿਊਰੀ ਸੀ, ਜਿਹੜਾ ਮੈਥਡ ਤਰੀਕਾ ਸੀ, ਉਹ ਮਹਾਂ ਪਾਪੀਆਂ ਕੋਲ ਵੀ ਗੁਰੂ ਸਾਹਿਬ ਗਏ, ਚੋਰਾਂ ਕੋਲ, ਵੇਸਵਾਗਾਮੀਆਂ ਕੋਲ, ਠੱਗਾਂ ਕੋਲ, ਜਿਹੜੇ ਮਹਾਂ ਬੱਜਰ ਗੁਨਾਹਗਾਰ ਸਨ, ਅਤੇ ਉਹਨਾਂ ਨਾਲ ਵੀ ਡਿਸਕਸ਼ਨ ਕੀਤੀ। ਜਿਹੜੀ ਸਭ ਤੋਂ ਵੱਡੀ ਗੱਲ ਜਿਹਨੂੰ ਅਸੀਂ ਅੱਜ ਤਿਆਗਦੇ ਜਾ ਰਹੇ ਹਾਂ, ਉਹਨਾਂ ਦੇ ਨਾਲ ਸੰਵਾਦ ਕੀਤਾ। ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰੀਏ ਅਤੇ ਗੁਰੂ ਵੇਖੋ, ਆਪਣੇ ਇੱਥੇ ਬੱਚੇ ਦੇ ਥੱਪੜ ਮਾਰਦੇ ਨਾ ਕੋਈ, ਅਤੇ ਅਸੀਂ ਸਾਰੀ ਜ਼ਿੰਦਗੀ ਦੀ ਲਕੀਰ ਖਿੱਚ ਕੇ ਕਹਿੰਦੇ ਹਾਂ ਵੀ ਮਿਲਣ ਵਰਤਨ ਖਤਮ, ਅਸੀਂ ਪਰਛਾਵਾਂ ਨਹੀਂ ਲੰਘਣਾ ਉਹਨਾਂ ਦਾ। ਗੁਰੂ ਸਾਹਿਬ ਜੀ ਦੇ ਪੁੱਤਰ ਸ਼ਹੀਦ ਹੋ ਰਹੇ ਆ, ਅਤੇ ਗੁਰੂ ਸਾਹਿਬ ਚਿੱਠੀ ਲਿਖ ਰਹੇ ਆ ਅਤੇ ਰਸਤਾ ਖੋਲ੍ਹ ਰਹੇ ਕਿ ਆ ਬੈਠੀਏ ਟੇਬਲ ਦੇ ਉੱਤੇ, ਤੂੰ ਦੱਸ ਕਿੱਥੇ ਆਵਾਂ ਮੈਂ, ਤੂੰ ਮਾਲਵੇ 'ਚ ਆ ਜਾ। ਔਰੰਗਜ਼ੇਬ ਜਿਹਨੂੰ ਅਸੀਂ ਜ਼ਫਰਨਾਮਾ ਕਹਿੰਦੇ ਹਾਂ, ਕਮਾਲ ਦੀ ਗੱਲ ਹੈ ਜੀ। ਮਤਲਬ ਸੰਵਾਦ ਵਾਸਤੇ ਕਿੱਡਾ ਵੱਡਾ ਹਿਰਦਾ ਆ ਗੁਰੂ ਸਾਹਿਬ ਦਾ। ਸਾਡੇ ਕੋਲ ਮੁੱਕ ਹੀ ਗਿਆ ਜੀ ਇਹ ਸੋਚ, ਅਤੇ ਅਸੀਂ ਠਾਹ ਸੋਟਾ ਜਿਹੜਾ ਉਹ ਮਾਰ ਦੋ ਜਾਂ ਮਰ ਲਓ ਵਾਲੀ ਗੱਲ ਚੱਲ ਰਹੀ ਹੈ। ਮਹਾਰਾਜ ਦੇ ਕੋਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਵਿਚਾਰਸ਼ੀਲਤਾ, ਵਿਵੇਕਸ਼ੀਲਤਾ, ਭਾਵੇਂ ਜੰਗਾਂ ਵੀ ਹੋਈਆਂ ਅਤੇ ਫਿਰ ਵੀ ਉਹ ਜ਼ਫਰਨਾਮਾ, ਉਹ ਸੱਦਾ ਕਿਆ ਤੇਰੇ ਨਾਲ ਟੇਬਲ ਟਾਕ ਕਰਦੇ ਆ। ਉਹ ਵੱਖਰੀ ਗੱਲ ਹੈ, ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲ ਗਈ, ਮਹਾਰਾਜ ਜਾ ਰਹੇ ਸੀ। ਤੋ ਇਹ ਸੋਚਾਂ ਜਿਹੜੀਆਂ, ਅਸੀਂ ਨਵਾਂ ਕੁਝ ਵੀ ਨਹੀਂ ਕਰਨਾ, ਸਾਡੇ ਕੋਲ ਸਾਰਾ ਕਨਸੈਪਟ ਪਿਆ ਹੋਇਆ, ਅਸੀਂ ਉਹਨੂੰ ਉਹ ਰਾਹਾਂ 'ਤੇ ਤੁਰਨਾ ਆ, ਉਹਨੂੰ ਸਮਝਣ ਦੀ ਜ਼ਰੂਰਤ ਹੈ। ਤੋ ਫਿਰ ਪਤਾ ਲੱਗੇਗਾ ਕਿ ਮਹਾਰਾਜ ਦਾ ਮਾਰਗ ਜਿਹੜਾ ਉਹ ਕਿੰਨਾ ਸੌਫਟ ਹੈ ਅਤੇ ਕਿੰਨਾ ਵਿਸ਼ਾਲ ਹੈ ਜੀ। ਤੁਸੀਂ ਬਹੁਤ ਜਿਹੜੀ ਹੈਗਾ ਕਿਹਾ ਕਿ ਵਿਚਾਰ ਚਰਚਾਵਾਂ ਦਾ ਮਹਾਰਾਜ ਨੇ ਵੀ ਸੱਦਾ ਦਿੱਤਾ, ਪਰ ਤੁਸੀਂ ਨੌਜਵਾਨੀ ਦੀ ਗੱਲ ਕਰੀ, ਕਿਉਂਕਿ ਕਿਸੇ ਵੀ ਕੌਮ ਦਾ ਭਵਿੱਖ ਜਿਹੜਾ ਹੁੰਦਾ ਨੌਜਵਾਨੀ ਹੁੰਦੀ ਜਾਂ ਬੱਚੇ ਹੁੰਦੇ ਆ ਜੀ। ਅਤੇ ਨੌਜਵਾਨੀ ਜਿਹੜੀ ਹੁੰਦੀ ਉਹਨਾਂ 'ਚ ਜੋਸ਼ ਹੁੰਦਾ, ਇੱਕ ਕਾਹਲ ਹੁੰਦੀ ਹੈ, ਅਤੇ ਨੌਜਵਾਨ ਜਿਹੜਾ ਸਹਿਜ ਦੀਆਂ ਗੱਲਾਂ ਨੂੰ ਘੱਟ ਸੁਣਨਾ ਚਾਹੁੰਦੇ ਆ, ਬੈਠਣਾ ਨਹੀਂ ਚਾਹੁੰਦੇ। ਅੱਜ ਦਾ ਤਾਂ ਜ਼ਮਾਨਾ ਹੀ ਇੰਨਾ ਤੇਜ਼ ਤਰਾਰ ਹੋ ਗਿਆ ਜੀ, ਆਧੁਨਿਕ ਯੁੱਗ ਚੱਲ ਰਿਹਾ, ਤਕਨੀਕ ਇੰਨੀ ਵੱਧ ਚੁੱਕੀ ਆ। ਨੌਜਵਾਨਾਂ ਨੂੰ ਹੁਣ ਖਿੱਚ ਕੇ ਗੁਰੂ ਘਰਾਂ 'ਚ ਲਿਆਉਣ ਦੇ ਲਈ ਤੁਸੀਂ ਕੀ ਸੋਚਦੇ ਹੋ ਕਿ ਕਿਵੇਂ ਲਿਆ ਜਾ ਸਕਦਾ? ਅਸੀਂ ਪਿੰਡਾਂ 'ਚ ਦੇਖਦੇ ਹਾਂ ਜੀ, ਗੁਰੂ ਘਰਾਂ ਦੇ ਵਿੱਚ ਹੁਣ ਨਿਤਨੇਮ ਸਵੇਰੇ ਹੁੰਦਾ ਤਾਂ ਸੰਗਤ ਦੀ ਆਮਦ ਘੱਟ ਜਾਂਦੀ ਹੈ, ਸ਼ਾਮ ਨੂੰ ਗੁਰੂ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਉਹ ਹੁਣ ਉੱਦਾਂ ਦੇ ਮਾਹੌਲ ਨਹੀਂ ਰਹੇ। ਨੌਜਵਾਨ ਤਾਂ ਗੁਰੂ ਘਰ ਵੱਲ ਬਹੁਤਾਤ ਵਿੱਚ ਦੇਖੀਏ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਤਾਂ ਹੁਣ ਜਾ ਕੇ ਨਹੀਂ ਰਾਜੀ ਜੀ। ਉਹਨਾਂ ਨੂੰ ਕਿੱਦਾਂ ਲੈ ਕੇ ਆਉਂਗੇ ਜੀ? ਉਹਦੇ ਲਈ ਤੁਸੀਂ ਕੀ ਸੋਚਦੇ ਹੋ ਕਿ ਕੀ ਕੀਤਾ ਜਾਵੇ ਅਜਿਹਾ ਕਿ ਨੌਜਵਾਨੀ ਫਿਰ ਉਸ ਰਾਹ 'ਤੇ ਪਵੇ? ਗੱਲ ਸੁਣਨਗੇ ਤਾਂ ਕੁਝ ਜੇਨ 'ਚ ਪਊਗੀ ਜੀ, ਜਿਹੜੇ ਸੁਣਨਗੇ ਨਹੀਂ ਉਹਦੇ ਕੀ ਜਾਊਗਾ? ਵੇਖੋ, ਤੁਸੀਂ ਕਿਹਾ ਕਿ ਜ਼ਮਾਨਾ ਇੱਦਾਂ ਦਾ, ਮੈਂ ਕਹਿੰਦਾ ਕਿ ਕਈ ਵਾਰੀ ਨਾ ਇਹ ਗੱਲ ਕਹੀ ਜਾਂਦੀ ਹੈ ਵੀ ਅਸੀਂ ਜ਼ਮਾਨੇ ਦੇ ਹਾਣੀ ਬਣਨਾ। ਮੈਂ ਕਹਿੰਦਾ ਇਹ ਗੱਲ ਗਲਤ ਹੈ। ਅਸੀਂ ਜ਼ਮਾਨੇ ਦੇ ਹਾਣੀ ਨਹੀਂ ਬਣਨਾ, ਅਸੀਂ ਜ਼ਮਾਨੇ ਨੂੰ ਲੀਡ ਕਰਨਾ। ਸਿੱਖ मर्द वो नहीं जो चलते हैं ज़माने के साथ साथ, मर्द वो है जो ज़माने को बदल देते हैं। तो सिख ज़माने नूं लीड करन दी समर्था रखदा है। ज़माना की कर रहा है इस गल का कोई अर्थ नहीं। दूजी गल कि काले गुरु साहब जी दे लाल, आपां इत्थों दी गल करिए, सभा दे अंदर जो सवाल जवाब हुंदे है, क्योंकि गल्लां नाल ਵੱਡੇ ਵੱਡੇ ਵਿਦਵਾਨ ਆਲਮ ਫਾਜ਼ਲ ਬੈਠੇ ਆ, ਉਹ ਗੱਲਾਂ ਨਾਲ ਅੱਜ ਵੀ ਚੰਗੇ ਭਲੇ ਬੰਦੇ ਕਈ ਵਾਰੀ ਐਸੇ ਆ ਗੱਲਾਂ 'ਚ ਆ ਜਾਂਦੇ ਤੇ ਕਹਿੰਦੇ ਹਾਂ ਗੱਲ ਤਾਂ ਠੀਕ ਹੈ ਵੀ ਸਿੱਖੀ ਕੋਈ ਬਹੁਤੀ ਗੱਲ ਤਾਂ ਹੈ ਨਹੀਂ, ਇੱਧਰ ਨੂੰ ਤੁਰ ਪੈਂਦੇ ਆ। ਕਿੰਨੇ ਕਮਾਲ ਦੀ ਵਿਵੇਕਸ਼ੀਲਤਾ ਹੈ ਉਹਨਾਂ ਕੋਲ, ਕਿੰਨੇ ਕਮਾਲ ਦੀ ਵਿਚਾਰਸ਼ੀਲਤਾ ਹੈ ਕਿ ਉਹ ਵੱਡੇ ਵੱਡੇ ਵਿਦਵਾਨਾਂ ਦੀਆਂ ਮੂੰਹ 'ਚ ਉਂਗਲਾਂ ਪਵਾ ਦਿੰਦੇ ਆ। ਬਾਬਾ ਜ਼ੋਰਾ ਸਿੰਘ ਫਤਿਹ ਸਿੰਘ, ਅਸੀਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਕੋਲ ਵਿਚਾਰ ਦੀ ਵੀ ਸਿਖਰ, ਇੱਕ ਪਾਸੇ ਹਥਿਆਰ ਦੀ ਜੰਗ ਹੈ ਚਮਕੌਰ ਸਾਹਿਬ ਅਤੇ ਉਹ ਜੰਗ ਦੀ ਸਿਖਰ ਹੈ, ਇੱਕ ਪਾਸੇ ਵਿਚਾਰ ਦੀ ਜੰਗ ਹੈ ਅਤੇ ਵਿਚਾਰ ਦੀ ਸਿਖਰ ਹੈ। ਅਤੇ ਸਾਡੇ ਲਈ ਦੋਨੋਂ ਪੂਰਨ ਆ। ਅਸੀਂ ਲੋਕਾਂ ਵੱਲ ਵੇਖ ਕੇ ਨਹੀਂ ਚੱਲਣਾ, ਅਸੀਂ ਤਾਂ ਆਪਣੇ ਆਈਡੀਅਲ ਬਾਬੇ ਮੰਨੇ ਨੇ, ਇਹ ਜਿਹੜੇ ਬਾਬੇ ਨੇ। ਤੀਸਰੀ ਗੱਲ ਤੁਸੀਂ ਕਹਿ ਰਹੇ ਹੋ ਕਿ ਨੌਜਵਾਨ ਗੁਰਦੁਆਰੇ ਨਹੀਂ ਆ ਰਿਹਾ, ਉਹ ਸਾਡਾ ਕਸੂਰ ਹੈ। ਅਸੀਂ ਨੌਜਵਾਨਾਂ ਕੋਲ ਕਿਉਂ ਨਹੀਂ ਜਾ ਰਹੇ? ਜੇ ਬਾਬਾ ਚੋਰਾਂ ਕੋਲ ਜਾ ਸਕਦਾ ਅਤੇ ਅਸੀਂ ਨਸ਼ੇ ਦੇ ਠੇਕੇ ਤੱਕ ਨਹੀਂ ਜਾ ਸਕਦੇ? ਕਿਹੜਾ ਕਹਿਰ ਹੋ ਜਾਏਗਾ ਕਿ ਕੌਮ ਦਾ ਪ੍ਰਚਾਰਕ ਜਾ ਕੇ ਆਪਣੇ ਵੀਰਾਂ ਨੂੰ ਗਲਵੱਕੜੀ 'ਚ ਲੈ ਲੇ? ਗੁਰੂ ਸਾਹਿਬ ਜੀ ਨੇ ਨੌਜਵਾਨਾਂ ਵਾਸਤੇ ਮੱਲ ਅਖਾੜੇ, ਅੱਜ ਗੁਰਦੁਆਰਾ ਸਾਡੇ ਕੋਲ ਮੱਲ ਅਖਾੜਾ, ਅਸੀਂ ਗੁਰਦੁਆਰਾ ਨਾਲ ਹੈਲਥ ਕਲੱਬ ਨਹੀਂ ਬਣਾ ਸਕਦੇ। ਮੈਂ ਪਹਿਲਾਂ ਕਿਹਾ ਵੀ ਸਾਨੂੰ ਕਨਸੈਪਟ ਗੁਰੂ ਨੇ ਦਿੱਤਾ ਹੋਇਆ, ਸਾਨੂੰ ਪੈਟਰਨ ਨਹੀਂ ਨਵਾਂ। ਠੀਕ ਆ, ਉੱਥੇ ਹੁਣ ਮਸ਼ੀਨਾਂ ਆ ਸਕਦੀਆਂ, ਮਹਾਰਾਜ ਕੁਸ਼ਤੀਆਂ ਕਰਾਉਂਦੇ ਸੀ ਅਕਾਲ ਤਖਤ ਸਾਹਿਬ 'ਤੇ। ਕੁਛ ਨੌਜਵਾਨੀ ਦਾ ਟੇਸਟ ਕੀ ਹੈ? ਬੱਚਿਆਂ ਦਾ ਗੁਰੂ ਅੰਗਦ ਸਾਹਿਬ ਜੀ ਬੱਚਿਆਂ ਨੂੰ ਆਪ ਊੜਾ ਜਿਹੜਾ ਲਿਖ ਕੇ ਦਿੰਦੇ ਸੀ। ਗੱਲ ਸਿਰਫ ਨੌਜਵਾਨਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਵੀ ਤੁਸੀਂ ਸਮਾਧੀਆਂ ਲਾ ਕੇ ਅਤੇ ਕਿੰਨੇ ਘੰਟੇ ਲੱਕ ਸਿੱਧਾ ਕਰਨਾ। ਠੀਕ ਆ, ਉਹ ਆਪਣੇ ਆਪ ਹੀ ਹੋ ਜਾਏਗਾ ਮੁੜ ਕੇ।
ਉਹਨਾਂ ਦੇ ਟੇਸਟ ਨੂੰ ਪਛਾਣਿਆ ਸੀ ਗੁਰੂ ਸਾਹਿਬ ਨੇ। ਉਹਨਾਂ ਦੀਆਂ ਕੁਸ਼ਤੀਆਂ ਸ਼ੁਰੂ ਕਰਵਾਈਆਂ, ਘੋੜ ਸਵਾਰੀ ਸ਼ੁਰੂ ਕਰਵਾਈ, ਮੱਲ ਅਖਾੜਾ ਗੁਰਦੁਆਰਾ ਸੁਸ਼ੋਭਿਤ ਆ ਸਾਡਾ। ਸੋ ਅੱਜ ਦੇ ਸਾਡੇ ਹੁਣ ਮੈਂ ਮਹਿਸੂਸ ਕਰਦਾ ਜੀ, ਕਥਾ ਕਰ ਰਹੇ ਹੁੰਦੇ ਆ, ਬੱਚਿਆਂ ਦੇ ਲੈਵਲ ਦਾ ਕੁਝ ਵੀ ਨਹੀਂ ਹੁੰਦਾ। ਬੱਚੇ ਵਾਸੀਆਂ ਮਾਰ ਰਹੇ ਆ, ਬੱਚੇ ਇੱਧਰ ਉੱਧਰ ਤੱਕ ਰਹੇ ਆ। ਤੁਹਾਨੂੰ ਲੱਗਦਾ ਵੀ ਕਮੀ ਰਹੀ, ਕਿਉਂਕਿ ਪ੍ਰਚਾਰਕਾਂ ਦੇ ਵਿੱਚ ਵੀ ਕੁਝ ਕਮੀ ਰਹੀ ਹੈ? ਕਿਉਂਕਿ ਨੌਜਵਾਨ ਵੀ ਕਈ ਵਾਰੀ ਅਸੀਂ ਇੱਦਾਂ ਕਹਿੰਦੇ ਸੁਣੇ, ਮੈਂ ਹੋਲੇ ਮਹੱਲੇ 'ਤੇ ਇੱਕ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਸੀ ਆਮ ਤੋਂ ਚੱਲਦਿਆਂ ਹੀ, ਤਾਂ ਉਹ ਕਹਿੰਦਾ ਸੀ ਕਿ ਜੇ ਸਾਡੇ ਸਕੂਲਾਂ ਦੇ ਵਿੱਚ ਪੜ੍ਹਾਇਆ ਹੁੰਦਾ ਸਾਡਾ ਇਤਿਹਾਸ, ਸਾਡੀ ਕਮੇਟੀ ਨੇ ਉਪਰਾਲੇ ਕੀਤੇ ਹੁੰਦੇ ਕਿ ਇੱਦਾਂ ਦੇ, ਅਸੀਂ ਮਹਿਸੂਸ ਕਰਦੇ ਹਾਂ ਵੀ ਸਾਨੂੰ ਸਿਖਾਇਆ ਨਹੀਂ ਗਿਆ, ਤਾਂ ਅੱਜ ਮੇਰੇ ਸਿਰ 'ਤੇ ਵੀ ਦਸਤਾਰ ਹੁੰਦੀ। ਕੱਲ੍ਹ ਵੀ ਇੱਕ ਨੌਜਵਾਨ ਨੇ, ਮੈਂ ਗੱਲਬਾਤ ਇੱਥੇ ਕੀਤੀ, ਉਹਨੇ ਵੀ ਕਿਹਾ ਕਿ ਜੇ ਸਾਨੂੰ ਇਸ ਰੌਲਿਆਂ ਦੇ ਵਿੱਚ ਨਾ ਪਾਇਆ ਗਿਆ ਹੁੰਦਾ ਕਿ ਇਹ ਬਾਣੀ ਪੜ੍ਹਨੀ, ਆ ਨਹੀਂ ਪੜ੍ਹਨੀ, ਇਹਨੂੰ ਇੱਥੇ ਤੱਕ ਪੜ੍ਹਨਾ, ਜੇ ਇਹ ਕਲੇਸ਼ ਵਾਲੀਆਂ ਗੱਲਾਂ ਨਾ ਹੁੰਦੀਆਂ ਤੇ ਸਿੱਧੀ ਇੱਕ ਹਿਸਾਬ ਨਾਲ ਸਿਖਾਇਆ ਗਿਆ ਹੁੰਦਾ, ਤਾਂ ਅਸੀਂ ਇਸ ਚੀਜ਼ ਤੋਂ ਦੂਰ ਹੀ ਨਾ ਹੁੰਦੇ। ਨੌਜਵਾਨਾਂ ਦੇ ਅੰਦਰ ਭਾਵਨਾ ਤਾਂ ਕਿਤੇ ਨਾ ਕਿਤੇ ਲੱਗਦੀ ਹੈ, ਪਰ ਉਹ ਇੱਕ ਗੈਪ ਲੱਗਦਾ ਹੈ ਜੀ, ਜਿਹੜਾ ਉਹ ਭਰਿਆ ਨਹੀਂ ਗਿਆ। ਤੁਹਾਨੂੰ ਲੱਗਦਾ ਵੀ ਸਾਡੇ ਵਿਦਵਾਨਾਂ ਦਾ ਵੀ ਜਾਂ ਪ੍ਰਚਾਰਕਾਂ ਦਾ ਵੀ ਇਹਦੇ ਵਿੱਚ ਦੋਸ਼ ਰਿਹਾ? ਵੇਖੋ, ਪਹਿਲੀ ਗੱਲ ਤਾਂ ਸਿਸਟਮ ਹੈ ਨਾ, ਪ੍ਰਚਾਰਕ ਜਿਹੜਾ ਨਾ ਇੱਕ ਸਿਸਟਮ ਦੇ ਵਿੱਚ ਵੱਜਿਆ ਹੋਇਆ। ਮੰਨ ਲਓ ਮੈਂ ਮੁਲਾਜ਼ਮ ਹਾਂ, ਮੇਰੇ ਇੱਕ ਠੀਕ ਹੈ, ਮੈਂ ਵਰਕ ਦੀ ਮੇਰੀ ਅਸੀਮ ਕੋਈ ਸੀਮਾ ਨਹੀਂ ਹੈ, ਜਿੰਨਾ ਮਰਜ਼ੀ ਪ੍ਰਚਾਰ ਕਰ ਸਕਦਾ, ਪਰ ਮੈਂ ਲੀਡਰ ਬਣ ਕੇ ਕੰਮ ਨਹੀਂ ਕਰ ਪਾ ਰਿਹਾ, ਹੈ ਨਾ। ਜਿਹੜੇ ਫੈਸਲੇ ਲੈਣੇ, ਲਾਗੂ ਕਰਨੀਆਂ ਗੱਲਾਂ, ਹਾਲਾਂਕਿ ਜਿੰਨੀ ਕੁ ਸਮਰੱਥਾ ਸੰਸਥਾ ਵੀ ਜਿੰਨੀ ਕੁ ਮੈਨੂੰ ਖੁੱਲ੍ਹ ਦਿੰਦੀ ਹੈ, ਸਫਰੇ ਸ਼ਹਾਦਤ ਦੀ ਕਾਰਜ ਚੱਲੇ, ਪਰ ਇੱਕ ਸਟਰਕਚਰ ਤਿਆਰ ਕਰਨਾ, ਉਹਦੇ ਵਾਸਤੇ ਬਹੁਤ ਵੱਡੇ ਉਦਮਾਂ ਦੀ ਲੋੜ ਹੁੰਦੀ ਹੈ, ਜਿਹਦੇ ਨਾਲ ਢਾਂਚਾ ਬਦਲਿਆ ਜਾ ਸਕੇ, ਢਾਂਚੇ ਨੂੰ ਬਦਲਣ ਦੀ। ਸੋ ਇਹ ਗੱਲ ਪੱਕੀ ਹੈ ਕਿ ਸਾਨੂੰ ਜਿਹੜਾ ਸਿਸਟਮ ਬਣਾਉਣਾ ਸੀ ਨਾ, ਵੀ ਸਾਡੇ ਪੈਸੇ ਦਾ ਫੰਡ ਰੇਂਜ ਹੋਵੇ। ਹੁਣ ਪੈਸੇ ਦੇ ਫੰਡ 'ਤੇ ਮੇਰਾ ਕਬਜ਼ਾ ਨਹੀਂ ਹੈ, ਪਰ ਉਹਨੂੰ ਡਿਵਾਈਡ ਕਰਨਾ, ਵੀ ਇੰਨਾ ਯੂਥ ਵਾਸਤੇ, ਇੰਨਾ ਬੱਚਿਆਂ ਵਾਸਤੇ, ਹੈ ਨਾ, ਇੰਨਾ ਬਜ਼ੁਰਗਾਂ ਦੀ ਸਾਂਭ ਸੰਭਾਲ ਵਾਸਤੇ। ਉਹਨਾਂ ਹੁਣ ਬਜ਼ੁਰਗਾਂ ਦਾ ਵੀ ਜੀਵਨ ਇਕੱਲੇ ਪੰਚ ਹੈ, ਉਹਨਾਂ ਵਾਸਤੇ ਇੱਕ ਵੱਖਰੇ ਕਿਸਮ ਦਾ ਲਿਟਰੇਚਰ ਚਾਹੀਦਾ, ਬੱਚਿਆਂ ਵਾਸਤੇ ਵੱਖਰੇ ਕਿਸਮ ਦਾ। ਗੇਮਸ ਦੇ ਰਾਹੀਂ ਅੱਜ ਬਹੁਤ ਕੁਝ ਹੈ, ਕੁਝ ਸੰਸਥਾਵਾਂ ਲੱਗੀਆਂ, ਉਹਨਾਂ ਨੇ ਐਸੀਆਂ ਗੇਮ ਤਿਆਰ ਕੀਤੀਆਂ, ਉਹਨਾਂ ਦੇ ਇੰਟਰਸਟ ਦੇ ਜਿਹੜੇ ਆ ਫਿਲਮਾਂ ਤਿਆਰ ਕੀਤੀਆਂ, ਹੈ ਨਾ। ਸਾਨੂੰ ਸੋਚ ਥੋੜ੍ਹੀ ਵੱਡੀ ਕਰਨ ਦੀ ਲੋੜ ਹੈ ਨਾ। ਅਸੀਂ ਬੜੀ ਕੱਟੜਤਾ ਅਤੇ ਕਰੂਰਤਾ ਦੇ ਵਿੱਚ ਫਸ ਗਏ। ਵੱਡੀ ਸੋਚ ਕਰਕੇ ਉਹਨਾਂ ਦੇ ਟੇਸਟ ਨੂੰ ਸਮਝੀਏ। ਧਰਮ ਜਿਹੜਾ ਨਾ, ਉਹ ਗੁਰੂ ਸਾਹਿਬ ਜੀ ਨੇ ਬਹੁਤ ਵਿਸ਼ਾਲ ਬਣਾਇਆ, ਬਹੁਤ ਵੱਡਾ ਬਣਾਇਆ। ਉਹ ਇਹਨਾਂ ਛੋਟੀਆਂ ਗੱਲਾਂ ਤੋਂ ਜਿੱਦਾਂ ਦੀਆਂ ਅਸੀਂ, ਜਿੰਨੀ ਕੁ ਸਾਨੂੰ ਸਮਝ ਆਈ, ਅਸੀਂ ਉਹਨਾਂ ਕੁ ਲਾਗੂ ਕਰਕੇ ਉਹਦੇ 'ਤੇ ਕਰੀ ਜਾਂਦੇ ਹਾਂ। ਗੁਰੂ ਸਾਹਿਬ ਜੀ ਬਹੁਤ ਵਿਸ਼ਾਲ, ਜਦੋਂ ਮੰਦਰਾਂ 'ਚ ਜਾ ਕੇ ਬੈਠਦੇ ਆ, ਮਸੀਤਾਂ 'ਚ ਜਾ ਕੇ ਬੈਠਦੇ ਆ, ਆਪਣੀ ਗੱਲ ਕਹਿੰਦੇ ਆ, ਉਹਨਾਂ ਦੀ ਵਿਸ਼ਾਲਤਾ ਨੂੰ ਤਾਂ ਅਸੀਂ ਸਮਝ ਹੀ ਨਹੀਂ ਸਕੇ ਅਜੇ ਤੱਕ। ਤੁਸੀਂ ਫਿਲਮਾਂ ਦੀ ਵੀ ਗੱਲ ਕੀਤੀ, ਹੋਰ ਵੀ ਕਿਹਾ ਕਿ ਆਧੁਨਿਕ ਤੌਰ ਤਰੀਕੇ ਨਾਲ ਚੱਲਣ ਦੀ ਲੋੜ ਆ, ਧਰਮ ਵਿਸ਼ਾਲ ਦਾਇਰਾ ਹੈ। ਤਾਂ ਜਦੋਂ ਫਿਲਮਾਂ ਦੀ ਗੱਲ ਚੱਲਦੀ, ਕੁਝ ਵਿਦਵਾਨ ਇੱਦਾਂ ਵੀ ਕਹਿੰਦੇ ਆ ਜੀ ਕਿ ਫਿਲਮ ਜਿਹੜੀ ਹੁੰਦੀ ਆ, ਫਿਲਮ ਦਾ ਮਤਲਬ ਹੁੰਦਾ ਮਨੋਰੰਜਨ, ਅਤੇ ਜਿਹੜਾ ਸਿੱਖ ਦਾ ਸਿਧਾਂਤ ਆ ਉਹ ਕਹਿੰਦਾ ਕਿ ਗੁਰੂ ਘਰ ਆਓ, ਸੰਗਤ ਦੇ ਵਿੱਚ ਆ ਕੇ ਤੁਸੀਂ ਗਿਆਨ ਲਓ, ਕਿ ਫਿਲਮ ਚੱਲਦੀ ਸਿਨੇਮੇ ਦੇ ਵਿੱਚ, ਅਤੇ ਗੁਰਮਤ ਦੀ ਗੱਲ ਹੁੰਦੀ ਗੁਰੂ ਘਰ ਦੇ ਵਿੱਚ। ਸਿਨੇਮਾ ਐਂਟਰਟੇਨਮੈਂਟ ਦਾ ਸਾਧਨ ਹੁੰਦਾ ਹੈ, ਅਤੇ ਉੱਥੇ ਐਂਟਰਟੇਨਮੈਂਟ ਦਾ ਸਾਰਾ ਦਾਇਰਾ ਹੁੰਦਾ, ਪੈਸੇ ਕਮਾਉਣ ਦੇ ਲਈ ਫਿਲਮਾਂ ਬਣਦੀਆਂ, ਕਿ ਫਿਲਮ ਜਿਹੜੀ ਹੈਗੀ ਸਿੱਖੀ ਨਾਲ ਨਹੀਂ ਜੋੜ ਸਕਦੀ। ਵੀਰਾ ਜੀ, ਗੁਰੂ ਨਾਨਕ ਸਾਹਿਬ ਤੇ ਗੁਰਮਤ ਦੀ ਗੱਲ ਵੇਸਵਾਵਾਂ ਦੇ ਚੁਬਾਰੇ 'ਤੇ ਜਾ ਕੇ ਵੀ ਕਰ ਦਿੰਦੇ ਆ। ਅਸੀਂ ਨਵਾਂ ਨਹੀਂ ਕੁਝ ਕਰ ਸਕਦੇ, ਘੱਟੋ ਘੱਟ ਉਹ ਕੀਤੇ ਨੂੰ ਸਮਝ ਲਈਏ। ਉਹ ਅਸਾਮ ਦੀ ਧਰਤੀ 'ਤੇ ਜਾਂਦੇ ਆ ਕਾਮ ਰੂਪ 'ਚ, ਅਤੇ ਉਹ ਕਹਿਣ ਨਹੀਂ ਇਹ ਗੁਰਦੁਆਰੇ ਆਉਣਗੇ, ਉਹ ਕਹਿੰਦੇ ਨਹੀਂ ਮੈਂ ਜਾਂਦਾ ਉਹਨਾਂ ਦੇ ਕੋਲ। ਜਿੰਨੀ ਦੇਰ ਇਹ ਸੋਚ ਵੱਡੀ ਨਹੀਂ ਨਾ ਕਰਦੇ, ਅਸੀਂ ਮਨੋਰੰਜਨ ਵੀ ਕਰਵਾਇਆ ਜਾ ਸਕਦਾ, ਕੋਈ ਗੱਲ ਨਹੀਂ, ਬੱਚੇ ਸਾਡੇ ਕੈਂਪ ਲੱਗਣ, ਖੇਡਣ, ਇੰਜੋਏ ਕਰਨ। ਅੱਜ ਜਿਹੜੀਆਂ ਸਮੱਸਿਆਵਾਂ ਨੇ ਬੜੀਆਂ ਹੋਰ ਕਿਸਮ ਦੀਆਂ। ਮੈਂ ਇੱਕ ਸ਼ਹਿਰ ਵਿੱਚ ਗਿਆ, ਪੰਜਾਬੋਂ ਬਹੁਤ ਦੂਰ ਆ ਉਹ ਸ਼ਹਿਰ। ਉਹਨਾਂ ਨੇ ਮੈਨੂੰ ਮੇਰੇ ਬਹਾਨੇ ਸ਼ਾਮ ਦਾ ਖਾਣਾ ਕਹਿੰਦੇ ਅਸੀਂ ਇਕੱਠਾ ਕਰ ਲਈਏ ਸਾਰੇ। ਮੈਨੂੰ ਪਤਾ ਨਹੀਂ ਸੀ ਵੀ ਇੰਨਾ ਵੱਡਾ ਕਰਨਾ। ਉਹਨਾਂ ਨੇ ਤਾਂ 150 ਪਰਿਵਾਰ ਇਕੱਠਾ ਕਰ ਲਿਆ। ਬੱਚੇ ਬੈਠੇ, ਮੇਰੇ ਕੋਲ ਸਾਖੀ ਵੀ ਸੁਣੀ, ਮਿਲੇ ਵੀ, ਉਹਨਾਂ ਨੇ ਖੇਡ ਵੀ ਖੇਡੀ, ਦੌੜ ਲਾਈ, ਇੱਕ ਦਿਨ ਸ਼ੂ ਰਹੇ ਆ, ਭੱਜ ਰਹੇ, ਐਂਟਰਟੇਨਮੈਂਟ ਕੀਤਾ। ਮੈਂ ਉਹਨਾਂ ਨੂੰ ਬਾਅਦ 'ਚ ਪੁੱਛਿਆ ਵੀ ਮੈਨੂੰ ਪਤਾ ਨਹੀਂ ਸੀ ਤੁਸੀਂ ਇੱਦਾਂ ਕਰਨਾ, ਇਹ ਕੀ ਹੈ? ਅਤੇ ਉਹ ਕਹਿੰਦੇ ਜੀ ਅਸੀਂ ਮੌਕੇ ਪ੍ਰੋਵਾਈਡ ਕਰਦੇ ਹਾਂ ਕਿ ਸਾਡੇ ਮਾਪੇ ਇੱਕ ਦੂਜੇ ਨਾਲ ਮਿਲਣ, ਸਾਡੇ ਬੱਚੇ ਇੱਕ ਦੂਜੇ ਨਾਲ ਮਿਲਣ, ਇੱਕ ਦੂਜੇ ਨੂੰ ਸਮਝਣ, ਕਿਉਂਕਿ ਸਾਡੀਆਂ ਬੱਚੀਆਂ ਇੱਥੇ ਮੁਸਲਮਾਨਾਂ ਨਾਲ ਵਿਆਹ ਕਰਾ ਰਹੀਆਂ। ਸਾਨੂੰ ਸਮੇਂ ਦੇ ਨਾਲ ਸੰਕੀਰਨ ਨਾ ਹੋਈਏ। ਪਰ ਇੱਕ ਹੋਰ ਵੀ ਗੱਲ ਐਂਟਰਟੇਨਮੈਂਟ ਕਰਨ, ਉਹ ਜ਼ਰੂਰ ਕੁਝ ਇਹ ਵੀ ਗੱਲਾਂ ਕਹੀ ਜਾਂਦੀ ਹੈ ਕਿ ਜਦੋਂ ਫਿਲਮਾਂ ਆਉਂਦੀਆਂ ਨਾ, ਤਾਂ ਉਹ ਪੂਰੇ ਗਿਆਨ ਨਾਲ ਨਹੀਂ ਬਣਾਈਆਂ ਜਾਂਦੀਆਂ। ਉਹਨਾਂ ਨੂੰ ਜਿਹੜੇ ਫਿਲਮਾਂ ਬਣਾਉਂਦੇ ਉਹਨਾਂ ਨੂੰ ਉਹਨਾਂ ਗਿਆਨ ਵੀ ਨਹੀਂ ਹੁੰਦਾ। ਕਈ ਵਾਰੀ ਅਜਿਹੀਆਂ ਚੀਜ਼ਾਂ ਦਿਖਾ ਦਿੱਤੀਆਂ ਜਾਂਦੀਆਂ। ਇੱਕ ਫਿਲਮ ਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਕਿ ਸਾਹਿਬਜ਼ਾਦਾ
ਜੋਰਾਵਰ ਸਿੰਘ ਜੀ ਜਾਂ ਫਤਿਹ ਸਿੰਘ ਜੀ ਜਦੋਂ ਗੰਗੂ ਨੂੰ ਕੋਈ ਲਾਲਚ ਦਿੰਦੇ ਆ, ਇਹੋ ਜਿਹਾ ਸੀਨ ਘੜ ਦਿੱਤਾ ਜਾਂਦਾ ਕਿ ਜਦੋਂ ਅਨੰਦਪੁਰ ਸਾਹਿਬ ਹੀ ਹੁੰਦੇ ਲਾਲਚ ਦਿੰਦੇ ਆ ਤੇ ਉਹ ਕੋਈ ਕੰਮ ਕਰਵਾ ਲੈਂਦੇ ਆ, ਫਿਰ ਮਾਤਾ ਗੁਜਰੀ ਜੀ ਲਾਲਚ ਦਿੰਦੇ, ਕੋਈ ਜਿਹੇ ਸੀਨ ਦੀ ਉਹਨਾਂ ਨੇ ਗੱਲ ਕੀਤੀ ਕਿ ਜੋ ਚੀਜ਼ਾਂ ਸਿਧਾਂਤ ਤੋਂ ਵੀ ਮਤਲਬ ਨਹੀਂ ਬਣਦਾ, ਜਿਨ੍ਹਾਂ ਦਾ ਮਨ ਘੜਤ ਸੀਨ ਅਜਿਹੇ ਪਾ ਦਿੱਤੇ ਜਾਂਦੇ ਜਿਹੜੇ ਕਿ ਫਿਰ ਜਿਹੜਾ ਹੈਗਾ ਇਤਿਹਾਸ ਨੂੰ ਵੀ ਸਿਧਾਂਤ ਨੂੰ ਵੀ ਢਾਹ ਲਾ ਦਿੰਦੇ, ਵੀ ਉਹਨਾਂ ਦੇ ਉੱਤੇ ਫਿਰ ਕੌਣ ਜਿਹੜਾ ਹੈਗਾ ਧਿਆਨ ਰੱਖੂਗਾ, ਉਹਨਾਂ ਨੂੰ ਕੌਣ ਦੇਖੂਗਾ ਜੀ? ਬਿਲਕੁਲ ਕੁੰਡਾ ਚਾਹੀਦਾ, ਸੈਂਸਰ ਚਾਹੀਦਾ, ਸਿੱਖਾਂ ਦਾ ਆਪਣਾ ਸੈਂਸਰ ਬੋਰਡ ਚਾਹੀਦਾ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਪਰ ਬੰਦੇ ਦੀ ਤਿਆਰ ਕੀਤੀ ਹੋਈ ਕੋਈ ਵੀ ਚੀਜ਼ ਆਖਰੀ ਫਾਈਨਲ ਸੱਚ ਨਹੀਂ ਹੋਣੀ, ਭਾਵੇਂ ਉਹ ਪੁਸਤਕ ਹੀ ਹੈ। ਫਿਰ ਤੇ ਸਾਡੇ ਗ੍ਰੰਥ ਨੇ ਬਹੁਤ ਸਾਰੇ ਜਿਨ੍ਹਾਂ ਦੀ ਪ੍ਰਮਾਣਿਕ ਕਥਾ ਕਰਦੇ ਅਸੀਂ, ਮੈਂ ਕਥਾ ਕਰਦਾ, ਉਹਦੀਆਂ ਗੱਲਾਂ ਜੇ ਸਾਰੀਆਂ ਬਿਆਨ ਕਰਨੀਆਂ ਹੋਣ ਤੇ ਸਾਡੇ ਤੇ ਹਾਹਾਕਾਰ ਮੱਚ ਜੇ ਜੀ। ਪਰ ਅਸੀਂ ਰਿਜੈਕਟ ਕਰਕੇ ਵਗਾ ਕੇ ਵੀ ਨਹੀਂ ਸੁੱਟਣੇ ਜੀ, ਸਾਡੇ ਸਰੋਤ ਨੇ। ਕੁਝ ਲੋਕਾਂ ਨੇ ਕਿਹਾ ਵੀ ਇਹਨੂੰ ਵੀ ਕੱਢ ਦਿਓ ਗੁਰਦੁਆਰੇ, ਇਹਨੂੰ ਵੀ ਕੱਢ ਦਿਓ। ਮੈਨੂੰ ਯਾਦ ਹੈ ਜਦੋਂ ਮੈਂ ਪੜ੍ਹਦਾ ਸੀ, ਮੈਂ ਲਾਇਬ੍ਰੇਰੀ ਵਿੱਚੋਂ ਕਿਤਾਬ ਲੈ ਕੇ ਆਇਆ ਤੇ ਮੇਰੇ ਵਿੱਦਿਆ ਦਾਤੇ ਨੇ ਪੁੱਛਿਆ ਵੀ ਕਿਤਾਬ ਕਿਹੜੀ ਹੈ, ਤੇ ਮੈਂ ਦੱਸਿਆ ਜੀ ਇੱਕ ਓਂਕਾਰ ਸਤਨਾਮ, ਓਸ਼ੋ ਦੀ ਲਿਖੀ। ਉਹਨਾਂ ਨੇ ਮੈਨੂੰ ਕਿਹਾ 6 ਮਹੀਨੇ ਗੁਰਮਤ ਪੜ੍ਹ ਫਿਰ ਇਹਨੂੰ ਪੜ੍ਹੀ। ਮੇਰੀ ਸਮਝ 'ਚ ਨਹੀਂ ਆਈ ਗੱਲ, ਪਰ ਜਦੋਂ ਮੈਂ ਗੁਰਮਤ ਪੜ੍ਹ ਕੇ ਉਹਨੂੰ ਪੜ੍ਹਿਆ ਤੇ ਫਿਰ ਮੈਨੂੰ ਪਤਾ ਲੱਗਿਆ, ਕੰਪੇਅਰ ਕਰਕੇ ਹਾਂ, ਵੀ ਮੈਨੂੰ ਹੁਣ ਗੁਰਮਤ ਦੀ ਸਮਝ ਜਿੰਨੀ ਕੁ ਦੇਣੀ ਚਾਹੀਦੀ ਉਹਨਾਂ ਦਿੱਤੀ ਹੈ ਤੇ ਮੈਂ ਹੁਣ ਉਹਦੀ ਵਿਚਾਰਧਾਰਾ ਨੂੰ ਗੁਰਮਤ ਦੀ ਰੋਸ਼ਨੀ ਤੋਂ ਸਮਝ ਸਕਾਂ। ਸੋ ਗੱਲ ਇਹ ਕਮਜ਼ੋਰੀ ਸਾਡੀ ਹੈ ਤੇ ਦੋਸ਼ ਅਸੀਂ ਉਹਨਾਂ ਨੂੰ ਦੇ ਰਹੇ ਹਾਂ। ਸਮਝ ਸਾਨੂੰ ਹੋਵੇ, ਅਸੀਂ ਆਪਣੇ ਗ੍ਰੰਥਾਂ ਦੀ ਗੱਲ ਕਰੀਏ, ਜਿੰਨੀ ਦੇਰ ਗੁਰਬਾਣੀ ਦੀ ਸਮਝ ਨਹੀਂ, ਸਾਡੇ ਤੇ ਆਪਣੇ ਗ੍ਰੰਥ ਸਾਨੂੰ ਗੁੰਮਰਾਹ ਕਰ ਦੇਣਗੇ। ਤਾਂ ਹਰ ਗੱਲ ਨੂੰ ਨਕਾਰਾਤਮਕ ਸੋਚ ਵਿੱਚ ਨਹੀਂ ਲੈਣ ਦੀ ਲੋੜ। ਜੇ ਕੁਝ ਢੂੰਡਣਾ ਹੋਵੇ ਨਾ ਤੇ ਕਿਸੇ ਗਾਇਕ ਦੇ ਗੀਤ ਵਿੱਚੋਂ ਵੀ ਇਸ਼ਕ ਹਕੀਕੀ ਦੀਆਂ ਗੱਲਾਂ ਢੂੰਡੀਆਂ ਜਾਂਦੀਆਂ। ਵਾਰਿਸ ਦੀ ਹੀਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਲੜਕੀ ਦਾ ਚਰਿੱਤਰ ਪੇਸ਼ ਕਰ ਰਹੀ ਆ। ਜਦੋਂ ਉਹਨੂੰ ਰੂਹ ਦੇ ਤਲ ਤੇ ਵੇਖਦੇ ਆ ਤੇ ਉਹ ਬੜੀਆਂ ਇਲਾਹੀ ਗੱਲਾਂ ਜਾਪਦੀਆਂ ਹੁੰਦੀਆਂ। ਇਹ ਗੱਲ ਸਾਡੀ ਮਾਨਸਿਕਤਾ ਦੀ ਹੈ। ਸੋ ਮੈਂ ਆਖਰੀ ਸਵਾਲ ਤੁਹਾਨੂੰ ਕਰਾਂ ਕਿ ਹੁਣ ਨੌਜਵਾਨੀ ਇੱਕ ਵਾਰੀ ਫਿਰ ਇੱਕ ਨੌਜਵਾਨ ਆਗੂ ਦੇ ਰੂਪ ਦੇ ਵਿੱਚ ਇਕੱਤਰ ਹੋਈ ਹੈ ਜੀ, ਤੇ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ, ਇੱਕ ਵਹੀਰ ਦੇ ਰੂਪ ਵਿੱਚ ਚੱਲੇ ਭਾਈ ਅਮਰਤਪਾਲ ਸਿੰਘ ਦੇ ਨਾਲ ਨੌਜਵਾਨ ਲੱਗੇ ਆ ਜੀ। ਤਾਂ ਨੌਜਵਾਨ ਜਿਹੜੇ ਹੁੰਦੇ ਆ ਉਹਨਾਂ ਨੂੰ ਉਹਨਾਂ ਦੇ ਬਜ਼ੁਰਗਾਂ ਦਾ ਜਾਂ ਸਹਾਰਾ ਜ਼ਰੂਰ ਚਾਹੀਦਾ ਹੁੰਦਾ, ਇੱਕ ਟੇਕ ਲੈ ਕੇ ਚੱਲਣਾ ਚਾਹੀਦਾ ਹੁੰਦਾ, ਕਿਉਂਕਿ ਨੌਜਵਾਨੀ ਦਾ ਜੋਸ਼ ਜਿਹੜਾ ਹੁੰਦਾ ਜੇ ਉਹਨੂੰ ਸਹੀ ਦਿਸ਼ਾ ਨਾ ਮਿਲੇ ਤਾਂ ਗਲਤ ਪਾਸੇ ਵੀ ਜਾ ਸਕਦਾ ਹੈ। ਤਾਂ ਕਿਵੇਂ ਦੇਖਦੇ ਹੋ ਤੁਸੀਂ ਇਹ ਨੌਜਵਾਨਾਂ ਦਾ ਜਿਹੜਾ ਜੋਸ਼ ਹੈਗਾ, ਜੋ ਹੁਣੇ ਸ਼ੁਰੂਆਤ ਹੋਈ ਆ, ਕਿੱਦਾਂ ਤੁਸੀਂ ਇਹਨੂੰ ਅੱਗੇ ਦੇਖਦੇ ਹੋ? ਉਹਨਾਂ ਨੂੰ ਕੀ ਨੌਜਵਾਨਾਂ ਨੂੰ ਸੰਦੇਸ਼ ਕੀ ਦੇਣਾ ਚਾਹੋਗੇ? ਕਿਵੇਂ ਤੁਹਾਡਾ ਸਹਾਰਾ ਉਹਨਾਂ ਦੇ ਨਾਲ ਲੱਗ ਕੇ ਚੱਲੇਗਾ? ਮੈਨੂੰ ਇਹ ਗੱਲਾਂ ਬਹੁਤ ਪ੍ਰਭਾਵਿਤ ਕਰ ਰਹੀਆਂ ਕਿ ਬੱਚੇ ਨਸ਼ੇ ਛੱਡਣ, ਬੱਚੇ ਅੰਮ੍ਰਿਤ ਛਕਣ। ਬਹੁਤ ਚੰਗੀਆਂ ਗੱਲਾਂ ਨੇ। ਤੇ ਜੇ ਕੋਈ ਵੀ ਅੰਮ੍ਰਿਤ ਛਕਾਉਂਦਾ, ਭਾਵੇਂ ਕੋਈ ਉਹ ਚੋਲੇ ਵਾਲਾ ਬਾਬਾ ਹੈ, ਭਾਵੇਂ ਕੋਈ ਪੈਂਟ ਕਮੀਜ਼ ਵਾਲਾ ਹੈ, ਮੈਂ ਉਹਦੇ ਪੈਰੀਂ ਹੱਥ ਲਾਉਂਦਾ। ਕਿਸੇ ਦੇ ਉੱਜੜਦੇ ਘਰ ਹੈ ਨਾ ਕੋਈ ਵਿਚਾਰਿਆ ਤੇ ਹਾਂ, ਕਈ ਵਾਰੀ ਇਹ ਚਰਚਾ ਚੱਲਦੀ ਹੈ ਜਦੋਂ ਅਸੀਂ ਇੱਕ ਪੱਖ ਲੈਂਦੇ ਹਾਂ ਵੀ ਅਜੇ ਤੱਕ ਸਭ ਠੀਕ ਹੈ, ਜਦੋਂ ਗਲਤ ਕਰੇਗਾ ਫਿਰ ਵਿਰੋਧ ਕਰਾਂਗੇ। ਮੈਂ ਨਹੀਂ ਇਹ ਗੱਲ ਕਹਿੰਦਾ। ਮੈਂ ਤਾਂ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ, ਬੰਦਾ ਜਾਂ ਕੋਈ ਵੀ ਗਲਤ ਕਿਸੇ ਕੋ ਵੀ ਹੋ ਸਕਦਾ, ਪਰ ਮੈਂ ਅਰਦਾਸ ਕਰਦਾ ਕਿ ਤੂੰ ਸਿਰ 'ਤੇ ਹੱਥ ਰੱਖ, ਤੇਰੇ ਸਿੱਖਾਂ ਕੋ ਗਲਤ ਹੋਏ ਨਾ, ਤੂੰ ਅਗਵਾਈ ਦੇ। ਤੇ ਕਾਸ਼ ਵਾਹਿਗੁਰੂ ਕਰੇ ਜਿਹੜੀ ਸੋਚ ਲੈ ਕੇ ਅੰਮ੍ਰਿਤ ਛਕਾਉਣ ਦੀ, ਨਸ਼ੇ ਛਡਾਉਣ ਦੀ, ਇੱਦਾਂ ਹੀ ਇਹ ਕਾਫਲਾ ਤੁਰੇ। ਤੇ ਇਹ ਅਰਦਾਸ ਵੀ ਹੈ ਮੇਰੀ। ਮੈਂ ਇਹ ਨਹੀਂ ਕਹਿੰਦਾ ਵੀ ਆਸ ਫਿਰ ਵਿਰੋਧ ਕਰਾਂਗੇ ਆਪਾਂ। ਤੇ ਵਾਹਿਗੁਰੂ ਕਰੇ ਚੜ੍ਹਦੀ ਕਲਾ 'ਚ ਜਿੰਨੇ ਸਾਰੇ, ਮੈਂ ਕਹਿੰਦਾ ਮੈਂ ਘਰ ਉਜੜੇ ਹੋਏ ਵੇਖੇ ਨੇ, ਵਿਜ਼ਿਟ ਕੀਤਾ ਮੈਂ ਉਹਨਾਂ ਘਰਾਂ 'ਚ। ਉਹਨਾਂ ਘਰਾਂ ਦੇ ਹਾਸੇ ਖੁਸ਼ੀਆਂ, ਇਕੱਲਾ ਇੱਕ ਜੀ ਨਹੀਂ ਮਰਿਆ, ਸਾਰਾ ਟੱਬਰ ਮਰਦਾ, ਉਹਨਾਂ ਦੀਆਂ ਸਦਰਾਂ ਮਰਦੀਆਂ, ਭਵਿੱਖ ਮਰਦਾ ਬੱਚਿਆਂ ਦਾ। ਤੇ ਜੇ ਇੱਕ ਬੱਚੇ ਨੂੰ ਵੀ ਕੋਈ ਮੋੜ ਲਿਆਂਦਾ ਨਾ, ਤਾਂ ਸਮਝ ਲਓ ਵੀ ਉਹਨੇ 100 ਸਾਲ ਜੁੱਤੀਆਂ ਝਾੜਨ ਨਾਲੋਂ ਨਾ ਵੱਧ ਸੇਵਾ ਕਰ ਲਈ ਹੈ, ਪਰਉਪਕਾਰ ਕਰ ਲਿਆ। ਤਾਂ ਬਹੁਤ ਮੈਂ ਤੇ ਤਾਰੀਫ ਕਰਾਂਗਾ ਰੱਜ ਕੇ ਜੀ, ਕੋਈ ਭਲੇ ਕਾਰਜ ਵਾਸਤੇ ਤੁਰਦਾ। ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਗਿਆਨੀ ਹਰਪਾਲ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਜੀ, ਜਿਨ੍ਹਾਂ ਦੇ ਨਾਲ ਇਤਿਹਾਸ ਦੇ ਬਾਰੇ ਵਿੱਚ ਵੀ ਚਰਚਾਵਾਂ ਹੋਈਆਂ ਤੇ ਉਸ ਦੇ ਨਾਲ ਅਸੀਂ ਸਾਡੇ ਵਾਰਿਸ ਜੋ ਸਾਹਿਬਜ਼ਾਦਿਆਂ ਦੇ ਬਣੇ ਸੀ ਬੀਤੇ ਸਮੇਂ ਦੌਰਾਨ, ਤੇ ਜੋ ਅਸੀਂ ਅੱਜ ਜਿੱਥੇ ਖੜ੍ਹੇ ਹਾਂ, ਸਾਨੂੰ ਕੀ ਕਰਨਾ ਚਾਹੀਦਾ ਤੇ ਅਸੀਂ ਕੀ ਕਰ ਰਹੇ ਹਾਂ, ਉਸ ਸਾਰੇ ਬਾਰੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਹੋਈਆਂ। ਤੁਹਾਨੂੰ ਇਹ ਸਾਰੀ ਗੱਲਬਾਤ ਕਿਸ ਤਰ੍ਹਾਂ ਲੱਗੀ ਹੈ? ਤੁਸੀਂ ਆਪਣੀਆਂ ਟਿੱਪਣੀਆਂ, ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ। ਮੈਨੂੰ ਤੇ ਮੇਰੇ ਸਹਿਯੋਗੀ ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।